ਹੈਲੋ एवरीवन ਵੈਲਕਮ ਟੂ ਆਲ। ਅੱਜ ਦਾ ਪੇਪਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਕੁਝ ਹੀ ਗੱਲਾਂ। ਸਭ ਤੋਂ ਪਹਿਲਾਂ ਕਿ ਜੋ ਵੀਡੀਓ ਪੀਐਸ ਟੈਟ ਦੇ ਐਸਐਸਟੀ ਪੇਪਰ ਦੀ ਅਸੀਂ ਅਪਲੋਡ ਕਰਦੇ ਹਾਂ ਉਹ ਕੰਪਲੀਟ ਪੇਪਰ ਦੀ ਵੀਡੀਓ ਹੁੰਦੀ ਹੈ। ਕਹਿਣ ਦਾ ਮਤਲਬ 60 ਦੇ 60 ਕੁਐਸਚਨ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਮਿਲਦੇ ਨੇ, ਜਿਹੜੀ ਕਿ ਆਲਮੋਸਟ 40 ਮਿੰਟ ਜਾਂ ਫਿਰ 50 ਮਿੰਟ ਦੀ ਬਣ ਜਾਂਦੀ ਆ। ਤੇ ਇਹਦੇ ਵਿੱਚ ਅਸੀਂ ਤੁਹਾਨੂੰ ਸਿਰਫ ਔਰ ਸਿਰਫ ਆਨਸਰਸ ਦੱਸ ਦਿੰਦੇ ਹਾਂ, ਜਦ ਕਿ ਆਨਸਰਸ ਤਾਂ ਅਸੀਂ ਕਿਤੋਂ ਵੀ ਪ੍ਰੋਵਾਈਡ ਕਰ ਸਕਦੇ ਹਾਂ, ਆਨਸਰ ਅਸੀਂ ਕਿਤੋਂ ਵੀ ਅਰੇਂਜ ਕਰ ਸਕਦੇ ਹਾਂ, ਹੈ ਨਾ। ਤਾਂ ਅਸੀਂ ਕੀ ਕੀਤਾ ਹੁਣ ਕਿ ਅਸੀਂ ਵੀਡੀਓਜ਼ ਨੂੰ 2 ਪਾਰਟਸ ਦੇ ਵਿੱਚ ਡਿਵਾਈਡ ਕਰ ਰਹੇ ਹਾਂ। ਤੁਹਾਡੇ ਲਈ ਜੋ ਵੀਡੀਓ ਲੈ ਕੇ ਆਵਾਂਗੇ ਉਹ ਲੈ ਕੇ ਆਵਾਂਗੇ ਅਸੀਂ 25 ਤੋਂ 30 ਮਿੰਟ ਦੀ, ਨਾ ਕਿ 40-50 ਮਿੰਟ ਦੀ, ਤਾਂ ਕਿ ਤੁਸੀਂ ਆਰਾਮ ਦੇ ਨਾਲ ਇਸ ਵੀਡੀਓ ਨੂੰ ਆਸਾਨੀ ਦੇ ਨਾਲ ਕਵਰ ਕਰ ਸਕੋ। ਪਹਿਲੀ ਗੱਲ। ਦੂਸਰੀ ਚੀਜ਼, ਤੁਸੀਂ ਵੀਡੀਓ ਦੇਖਦੇ ਦੇਖਦੇ ਬੋਰ ਨਾ ਹੋ ਜਾਵੋ। ਕਈ ਵਾਰੀ ਹੁੰਦਾ ਹੈ ਨਾ ਕਿ ਸਾਡੀ ਜਿਹੜੀ ਮੋਟੀਵੇਸ਼ਨ ਆ ਉਹ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਅਸੀਂ ਇੱਕੋ ਤਰ੍ਹਾਂ ਦਾ ਮਟੀਰੀਅਲ ਜਾਂ ਇੱਕੋ ਤਰ੍ਹਾਂ ਦਾ ਜੋ ਚੀਜ਼ਾਂ ਨੇ ਉਹ ਦੇਖਦੇ ਰਹਿੰਦੇ ਹਾਂ, ਕਿਉਂਕਿ ਜਿਹੜੀ ਸਾਡੀ ਮੋਟੀਵੇਸ਼ਨ ਉਹ 4-5 ਦਿਨ ਰਹਿੰਦੀ ਹੈ, ਉਸ ਤੋਂ ਬਾਅਦ ਅਸੀਂ ਆਪਣੀ ਮੋਟੀਵੇਸ਼ਨ ਆ ਜੋ ਉਹ ਡਾਊਨ ਹੋਣੀ ਸ਼ੁਰੂ ਕਰ ਦਿੰਦੇ ਹਾਂ। ਦੂਸਰੀ ਚੀਜ਼ ਜੋ ਅਸੀਂ ਕਰ ਰਹੇ ਹਾਂ ਕਿ 25-30 ਕੁਐਸਚਨਸ ਦੇ ਨਾਲ ਨਾਲ ਤੁਹਾਨੂੰ ਹਰ ਕੁਐਸਚਨ ਦੇ ਵਿੱਚ ਜੋ ਐਕਸਪਲੇਨੇਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਿਰਫ ਇੱਕ ਕੁਐਸਚਨ ਦਾ ਤੁਹਾਨੂੰ ਆਨਸਰ ਹੀ ਨਾ ਦਿੱਤਾ ਜਾਵੇ। ਤੁਹਾਨੂੰ ਇੱਕ ਕੁਐਸਚਨ ਪੁੱਟ ਕੀਤਾ ਕਿ ਉਹਦੇ 4 ਆਪਸ਼ਨਾਂ ਨੇ, ਉਹਦੇ ਵਿੱਚ ਤੁਹਾਨੂੰ ਦੱਸਤਾ ਕਿ ਆਹ ਇੱਕ ਆਨਸਰ ਆਏਗਾ, ਨਹੀਂ। ਸਾਡੀ ਕੋਸ਼ਿਸ਼ ਰਹੂਗੀ ਕਿ ਉਸ ਕੁਐਸਚਨ ਨਾਲ ਰਿਲੇਟਡ ਤੁਹਾਨੂੰ ਵੱਧ ਤੋਂ ਵੱਧ ਐਕਸਪਲੇਨ ਕੀਤਾ ਜਾਵੇ। ਉਹਨਾਂ 4 ਦੀਆਂ 4 ਆਪਸ਼ਨਸ ਦੇ ਵਿੱਚੋਂ ਜੋ ਵੀ ਤੁਹਾਡੇ ਕੰਮ ਦੇ ਉਸ ਨੂੰ ਐਕਸਪਲੇਨ ਕੀਤਾ ਜਾਵੇ। ਹਾਂ, ਅਗਰ ਕੁਐਸਚਨ ਇੰਪੋਰਟੈਂਟ ਨਹੀਂ ਹੈਗਾ, ਅਗਰ ਉਸ ਨਾਲ ਰਿਲੇਟਡ ਇਨਸੀਡੈਂਟ ਸਾਡੇ ਕੋਲੇ ਨਹੀਂ ਹੈਗੇ, ਅਗਰ ਉਸ ਨਾਲ ਰਿਲੇਟਡ ਇਨਸੀਡੈਂਟ ਸਾਨੂੰ ਬਹੁਤ ਘੱਟ ਮਿਲ ਰਹੇ ਨੇ ਜਾਂ ਮਤਲਬ ਕਿ ਇੰਪੋਰਟੈਂਟ ਨਹੀਂ ਹੈਗਾ, ਸੋ ਅਸੀਂ ਉਹਨੂੰ ਸਕਿਪ ਕਰ ਸਕਦੇ ਹਾਂ। ਅਦਰਵਾਈਜ਼ ਜਿਸ ਕੁਐਸਚਨ 'ਚੋਂ ਜਿੰਨਾ ਮਟੀਰੀਅਲ ਮਿਲ ਸਕਦਾ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਾਰਾ ਦਾ ਸਾਰਾ ਉਹ ਪ੍ਰੋਵਾਈਡ ਕਰ ਸਕੀਏ। ਸੋ 2 ਕੰਮ ਹੋ ਰਹੇ ਨੇ, ਇੱਕ ਤਾਂ ਤੁਹਾਡੀ ਵੀਡੀਓ ਦੀ ਲੈਂਥ ਘੱਟ ਰਹੀ ਆ ਤਾਂ ਕਿ ਐਕਸਪਲੇਨੇਸ਼ਨ ਵੱਧ ਜਾਵੇ, ਠੀਕ ਹੈ। ਦੂਸਰਾ, ਤੁਹਾਡੇ ਜਿਹੜੇ ਕੁਐਸਚਨਸ ਨੇ ਉਹ ਘੱਟ ਰਹੇ ਨੇ, ਅਸੀਂ ਵੀਡੀਓ ਨੂੰ 2 ਪਾਰਟਸ ਦੇ ਵਿੱਚ ਕਵਰ ਕਰ ਰਹੇ ਹਾਂ ਤਾਂ ਕਿ ਤੁਹਾਡੇ ਲਈ ਅਸੀਂ ਐਕਸਪਲੇਨੇਸ਼ਨ ਵਧਾ ਸਕੀਏ। ਮੇਨ ਮੋਟਿਵ ਐਕਸਪਲੇਨੇਸ਼ਨ ਦਾ ਹੀ ਆ। ਅਗਰ ਅਸੀਂ 60 ਦੇ 60 ਕੁਐਸਚਨ ਇੱਕ ਵੀਡੀਓ ਦੇ ਵਿੱਚ ਐਕਸਪਲੇਨ ਕਰਨ ਲੱਗ ਗਏ ਤਾਂ ਸ਼ਾਇਦ ਵੀਡੀਓ 1.5 ਘੰਟੇ ਦੀ ਜਾਂ 2 ਘੰਟਿਆਂ ਦੀ ਪਹੁੰਚ ਜਾਣੀ ਆ, ਜਾਂ ਫਿਰ 1 ਆਵਰ ਪਲੱਸ ਪਹੁੰਚ ਜਾਣੀ ਆ, ਜਿਸ ਦੇ ਵਿੱਚ ਉਹੀ ਗੱਲ ਆ ਜਾਣੀ ਹੈ ਕਿ ਅਸੀਂ ਬੋਰ ਹੋਣਾ ਸ਼ੁਰੂ ਹੋ ਜਾਵਾਂਗੇ। ਪਹਿਲੀ ਚੀਜ਼। ਦੂਸਰੀ ਚੀਜ਼, ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੇ ਨਾਲ ਇੱਕ ਟੈਲੀਗ੍ਰਾਮ ਚੈਨਲ ਦੇ ਉੱਪਰ ਅਸੀਂ ਪਿਕ ਸ਼ੇਅਰ ਕੀਤੀ ਸੀਗੀ ਜਿਹਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ ਪੀਐਸ ਟੈਟ ਦੀ ਜੋ ਵੈਲਿਡਿਟੀ ਆ ਉਹ ਲਾਈਫ ਟਾਈਮ ਲਈ ਕਰ ਦਿੱਤੀ ਗਈ ਆ। ਸੋ ਤੁਹਾਡੇ ਲਈ ਇੱਕ ਬਹੁਤ ਸੋਹਣਾ ਮੌਕਾ ਹੈ ਕਿ ਤੁਸੀਂ ਆਪਣੀ ਤਿਆਰੀ ਆ ਜੋ ਉਹ ਹੋਰ ਵੀ ਜ਼ੋਰਾਂ ਸ਼ੋਰਾਂ ਦੇ ਨਾਲ ਕਰੋ, ਤੁਸੀਂ ਆਪਣੀ ਤਿਆਰੀ ਹੋਰ ਵੀ ਵਧੀਆ ਕਰੋ, ਤਾਂ ਕਿ ਤੁਸੀਂ ਇਸੇ ਸਾਲ, ਤਾਂ ਕਿ ਤੁਸੀਂ ਜਦੋਂ ਵੀ ਸਰਕਾਰ ਸਾਡੇ ਤੋਂ ਟੈਟ ਲੈ ਰਹੀ ਆ ਅਸੀਂ ਨਾਲ ਦੀ ਨਾਲ ਟੈਟ ਕਲੀਅਰ ਕਰ ਲਈਏ ਤਾਂ ਕਿ ਅਸੀਂ ਟੈਨਸ਼ਨ ਫ੍ਰੀ ਹੋ ਜਾਈਏ। ਸੋ ਉਹਦੇ ਲਈ ਚੰਗੀ ਗੱਲ ਹੈ ਕਿ ਅਗਰ ਤੁਸੀਂ ਆਪਣਾ ਇੱਕ ਟਾਈਮ ਟੇਬਲ ਬਣਾ ਲਵੋ, ਟਾਈਮ ਟੇਬਲ ਸੈੱਟ ਕਰ ਲਵੋ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਤੁਹਾਡੇ ਟਾਈਮ ਸ਼ਡਿਊਲ ਨੂੰ ਦੇਖਦੇ ਹੋਏ, ਕਿਉਂਕਿ ਮੈਕਸਿਮਮ ਜੋ ਪੀਐਸ ਟੈਟ ਐਸਪੀਰੈਂਟਸ ਨੇ ਉਹ ਟੀਚਰਸ ਨੇ, ਕਿਸੇ ਨਾ ਕਿਸੇ ਸਕੂਲ ਦੇ ਵਿੱਚ ਟੀਚ ਕਰਦੇ ਨੇ, ਜਿਸ ਕਰਕੇ ਸਾਡੇ ਕੋਲੇ ਸਵੇਰ ਟਾਈਮ ਸਮਾਂ ਨਹੀਂ ਹੁੰਦਾ ਹੈਗਾ ਤਿਆਰੀ ਕਰਨ ਦਾ। ਜਾਂ ਤਾਂ ਸਾਡੇ ਕੋਲੇ ਸਮਾਂ ਹੁੰਦਾ ਹੈ ਬਿਲਕੁਲ ਹੀ ਅਰਲੀ ਮਾਰਨਿੰਗ 4 ਵਜੇ 5 ਵਜੇ 6 ਵਜੇ, ਹੈ ਨਾ, ਜਾਂ ਫਿਰ ਸਾਡੇ ਕੋਲੇ ਸਮਾਂ ਹੁੰਦਾ ਹੈ ਸ਼ਾਮ ਨੂੰ 4 ਵਜੇ 5 ਵਜੇ 6 ਵਜੇ। ਸੋ ਤੁਹਾਡੇ ਟਾਈਮ ਨੂੰ ਦੇਖਦੇ ਹੋਏ ਅਸੀਂ ਜੋ ਵੀਡੀਓ ਆ ਉਹ 5 ਵਜੇ ਅਪਲੋਡ ਕਰਦੇ ਹਾਂ। ਹਰ ਰੋਜ਼ ਜੋ ਸ਼ਾਮੀ ਵੀਡੀਓ ਅਪਲੋਡ ਹੁੰਦੀ ਆ ਉਹ 5 ਵਜੇ ਹੁੰਦੀ ਆ। ਤੁਸੀਂ ਆਪਣੇ ਹਿਸਾਬ ਦੇ ਨਾਲ ਟਾਈਮ ਟੇਬਲ ਬਣਾ ਸਕਦੇ ਹੋ। ਵੀਡੀਓ ਤੁਹਾਡੇ ਕੋਲੇ ਹਰ ਰੋਜ਼ 5 ਵਜੇ ਪਹੁੰਚ ਜਾਂਦੀ ਆ। ਤੁਹਾਡੇ ਕੋਲੇ 6 ਵਜੇ ਟਾਈਮ ਆ, ਤੁਹਾਡੇ ਕੋਲੇ 7 ਵਜੇ ਟਾਈਮ ਆ, ਤੁਹਾਡੇ ਕੋਲੇ 8 ਵਜੇ ਟਾਈਮ ਆ, ਤੁਸੀਂ ਕਿਸੇ ਵੀ ਟਾਈਮ ਆਪਣੀ ਜੋ ਵੀਡੀਓ ਉਹ ਦੇਖ ਸਕਦੇ ਹੋ। ਜ਼ਰੂਰੀ ਆ ਕਿ ਇੱਕ ਦੋ ਚੀਜ਼ਾਂ ਜੋ ਹੋਰ ਨੇ ਕਿ ਆਪਣੇ ਨਾਲ ਇੱਕ ਕਾਪੀ ਔਰ ਪੈਨ ਜ਼ਰੂਰ ਲੈ ਕੇ ਬੈਠੋ ਤਾਂ ਕਿ ਜੋ ਵੀ ਤੁਹਾਨੂੰ ਐਕਸਟਰਾ ਮਿਲ ਰਿਹਾ ਹੈ ਤੁਸੀਂ ਉਹਨੂੰ ਨੋਟ ਕਰ ਸਕੋ। ਜੋ ਵੀ ਐਕਸਟਰਾ ਮਿਲ ਰਿਹਾ ਤੁਸੀਂ ਉਹਨੂੰ ਨੋਟ ਕਰ ਸਕੋ, ਕਿਉਂਕਿ ਇਹ ਜੋ ਪੇਪਰ ਸੀਰੀਜ਼ ਹੈ ਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਆ, ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਆ। ਅਸੀਂ ਇੱਥੋਂ ਤੱਕ ਵੀ ਅੰਦਾਜ਼ਾ ਲਗਾ ਸਕਦੇ ਹਾਂ, ਅਸੀਂ ਇੱਥੋਂ ਤੱਕ ਵੀ ਕਹਿ ਸਕਦੇ ਹਾਂ ਕਿ ਅਗਰ ਤੁਸੀਂ 8 ਦੇ 8 ਪੇਪਰ ਚੰਗੀ ਤਰ੍ਹਾਂ ਕਵਰ ਕਰ ਲਵੋ, ਪਲੱਸ ਜੋ ਅਸੀਂ ਐਕਸਟਰਾ ਨੌਲੇਜ ਤੁਹਾਨੂੰ ਪੇਪਰਸ ਦੇ ਵਿੱਚ ਹੀ ਪ੍ਰੋਵਾਈਡ ਕਰ ਰਹੇ ਹਾਂ ਉਸ ਨੂੰ ਕਵਰ ਕਰ ਲਵੋ, ਪਲੱਸ ਜੋ ਵੀ ਤੁਸੀਂ ਸਕੂਲ 'ਚ ਟੀਚ ਕਰਦੇ ਹੋ, ਜੋ ਵੀ ਤੁਹਾਡੀ ਪ੍ਰੀਵੀਅਸ ਨੌਲੇਜ ਹੈਗੀ ਆ ਰਿਲੇਟਡ ਟੂ ਸਬਜੈਕਟ, ਅਗਰ ਤੁਹਾਡੇ ਕੋਲ ਇੰਨੀ ਤਿਆਰੀ ਹੈਗੀ ਹੈ ਤਾਂ ਵੀ ਤੁਸੀਂ ਆਸਾਨੀ ਨਾਲ ਐਸਐਸਟੀ ਪੋਰਸ਼ਨ ਕੁਆਲੀਫਾਈ ਕਰ ਸਕਦੇ ਹੋ, ਤਾਂ ਵੀ ਤੁਸੀਂ ਆਸਾਨੀ ਨਾਲ ਚੰਗੇ ਨੰਬਰ ਲੈ ਕੇ ਆ ਸਕਦੇ ਹੋ। ਸੋ ਚੰਗੀ ਗੱਲ ਹੈ ਕਿ ਤੁਸੀਂ ਇਹਨਾਂ ਵੀਡੀਓਜ਼ ਨੂੰ ਬਹੁਤ ਧਿਆਨ ਨਾਲ ਦੇਖੋ, ਬਹੁਤ ਧਿਆਨ ਨਾਲ ਕਵਰ ਕਰੋ। ਜਿਹੜੀ ਚੀਜ਼ ਨੋਟ ਕਰਨ ਵਾਲੀ ਹੈ ਉਸ ਨੂੰ ਨਾਲ ਦੀ ਨਾਲ ਨੋਟ ਕਰ ਲਵੋ। ਇਸ ਲਈ ਤੁਹਾਨੂੰ ਜਿੰਨੇ ਵਜੇ ਵੀ ਟਾਈਮ ਮਿਲਦਾ ਹੈ ਅਕੋਰਡਿੰਗ ਟੂ ਯੋਰ ਟਾਈਮ ਟੇਬਲ, ਜਿੰਨੇ ਵਜੇ ਵੀ ਤੁਸੀਂ ਵਿਹਲੇ ਹੁੰਦੇ ਹੋ ਉਸ ਹਿਸਾਬ ਨਾਲ ਆਪਣੀ ਵੀਡੀਓ ਜ਼ਰੂਰ ਦੇਖੋ। ਤੇ ਅਗਲੀ ਚੀਜ਼,
ਕਿ ਤੁਸੀਂ 99 ਤੋਂ 100 ਬਣਾਉਣ ਦੇ ਚੱਕਰਾਂ ਦੇ ਵਿੱਚ ਨਾ ਪਿਓ ਕਿ ਕੋਈ ਗੱਲ ਨਹੀਂ, ਵੀਡੀਓਜ਼ ਨੇ ਜੋ YouTube ਤੇ ਪਈਆਂ ਨੇ ਆਰਾਮ ਨਾਲ ਦੇਖ ਲਾਂਗੇ, ਸੰਡੇ ਨੂੰ ਦੇਖ ਲਿਆ ਕਰਾਂਗੇ ਸਾਰੀਆਂ ਵੀਡੀਓਜ਼, ਸੈਟਰਡੇ ਨੂੰ ਦੇਖ ਲਿਆ ਕਰਾਂਗੇ ਸਾਰੀਆਂ ਵੀਡੀਓਜ਼, ਜਾਂ ਫਿਰ ਅਸੀਂ ਤਾਂ ਆਲਰੇਡੀ ਹਫਤੇ ਦੇ ਵਿੱਚ ਤੁਹਾਨੂੰ 3 ਜਾਂ 4 ਦਿਨ ਇੱਕ ਸਬਜੈਕਟ ਦੀ ਵੀਡੀਓ ਦੇ ਰਹੇ ਹਾਂ ਤਾਂ ਕਿ ਤੁਹਾਨੂੰ ਖੁੱਲ੍ਹਾ ਟਾਈਮ ਮਿਲੇ ਆਪਣਾ ਆਰਾਮ ਨਾਲ ਦੇਖਣ ਵਾਸਤੇ। ਇਸ ਲਈ 99 ਤੋਂ 100 ਦੇ ਚੱਕਰਾਂ 'ਚ ਨਾ ਪਿਓ ਕਿ ਤੁਸੀਂ ਬਹੁਤ ਸਾਰਾ ਸਮਾਨ ਇਕੱਠਾ ਕਰ ਲਵੋ ਪਰ ਉਹਨੂੰ ਯੂਜ਼ ਕਰ ਨਾ ਸਕੋ। ਜਿਸ ਟਾਈਮ ਉਹਨੂੰ ਯੂਜ਼ ਕਰਨ ਦੀ ਵਾਰੀ ਆਵੇ, ਜਿਸ ਟਾਈਮ ਉਹਨੂੰ ਇਸਤੇਮਾਲ ਕਰਨ ਦੀ ਵਾਰੀ ਆਵੇ, ਜਿਸ ਟਾਈਮ ਅਸੀਂ ਵੀਡੀਓਜ਼ ਦੇਖਣ ਦੇ ਟਾਈਮ 'ਤੇ ਆਈਏ ਕਿ ਹਾਂ ਵੀ ਹੁਣ ਦੇਖਣੀ ਨਾ, ਉਸ ਟਾਈਮ ਬਹੁਤ ਟਾਈਮ ਲੰਘ ਚੁੱਕਿਆ ਹੋਵੇ ਅਤੇ ਸਾਡੇ ਹੱਥ ਪੱਲੇ ਕੁਛ ਵੀ ਨਾ ਰਹੇ। ਠੀਕ ਹੈ, ਸੋ ਨਾਲ ਦੀ ਨਾਲ ਜੋ ਆਪਣਾ ਕੰਮ ਆ ਉਹ ਕਵਰ ਕਰਦੇ ਜਾਓ। ਨੈਕਸਟ ਅਗਰ ਅਸੀਂ ਗੱਲ ਕਰੀਏ ਟੈਲੀਗ੍ਰਾਮ ਦੀ, ਟੈਲੀਗ੍ਰਾਮ ਦੇ ਉੱਪਰ ਤੁਹਾਡੇ ਕੋਲ ਹਰ ਰੋਜ਼ MCQs ਆਉਂਦੇ ਨੇ ਜਿਹੜੇ ਕਿ ਮੈਕਸੀਮਮ ਜੋ ਬੱਚੇ ਕੀ ਕਰਦੇ ਨੇ ਉਹ ਦੇਖ ਕੇ ਛੱਡ ਦਿੰਦੇ ਨੇ, ਉਹ ਸੀਨ ਕਰਦੇ ਨੇ ਅਤੇ ਛੱਡ ਦਿੰਦੇ ਨੇ। ਮੈਨੂੰ ਇਹ ਨਹੀਂ ਸਮਝ ਆ ਰਹੀ ਹੈਗੀ ਕਿ ਤੁਹਾਨੂੰ ਅਟੈਂਪਟ ਕਰਨ ਦੇ ਵਿੱਚ ਹਰਜ ਕੀ ਹੈ। ਅਸੀਂ ਦੇਖ ਵੀ ਤਾਂ ਰਹੇ ਹਾਂ, ਜੇ ਅਸੀਂ ਸਕਰੀਨ 'ਤੇ ਇੱਕ ਟੱਚ ਹੋਰ ਕਰ ਦਾਂਗੇ ਉਹ 'ਤੇ ਹਰਜ ਕੀ ਆ ਸਾਨੂੰ। ਅਗਰ ਤੁਸੀਂ ਤੁਹਾਨੂੰ ਆਉਂਦਾ ਹੈ, ਅਗਰ ਤੁਹਾਨੂੰ ਉਹ ਕੁਐਸਚਨ ਆਉਂਦਾ ਹੈ, ਅਗਰ ਤੁਹਾਨੂੰ ਆਪਸ਼ਨ ਪਤਾ ਹੈ ਤਾਂ ਵੈਲ ਐਂਡ ਗੁੱਡ। ਅਗਰ ਤੁਹਾਨੂੰ ਕੁਐਸਚਨ ਨਹੀਂ ਆਉਂਦਾ, ਅਗਰ ਤੁਹਾਨੂੰ ਆਪਸ਼ਨ ਨਹੀਂ ਪਤਾ ਤਾਂ ਤੁਸੀਂ ਵੱਧ ਤੋਂ ਵੱਧ ਇਹੀ ਹੋਊਗਾ ਕਿ 4 ਆਪਸ਼ਨਸ ਨੇ, ਕਿਸੇ ਇੱਕ ਗਲਤ ਆਪਸ਼ਨ ਦੇ ਉੱਪਰ ਟਿਕ ਕਰ ਦੋਗੇ, ਕਿਸੇ ਇੱਕ ਗਲਤ ਆਪਸ਼ਨ ਦੇ ਉੱਪਰ ਟਿਕ ਕਰ ਦੋਗੇ। ਘੱਟ ਤੋਂ ਘੱਟ ਸਾਨੂੰ ਇਹ ਤਾਂ ਪਤਾ ਲੱਗ ਜਾਊਗਾ ਕਿ ਨਾਲ ਦੀ ਨਾਲ ਜਿਹੜਾ ਟੈਲੀਗ੍ਰਾਮ ਆ ਸਾਨੂੰ ਕਿਹੜੀ ਸਹੀ ਆਪਸ਼ਨ ਦੇ ਰਿਹਾ ਹੈ। ਘੱਟ ਤੋਂ ਘੱਟ ਸਾਨੂੰ ਉਸ ਕੁਐਸਚਨ ਦਾ ਜੋ ਵੀ ਅਸੀਂ ਸੀਨ ਕਰਕੇ ਛੱਡ ਰਹੇ ਹਾਂ, ਘੱਟ ਤੋਂ ਘੱਟ ਸਾਨੂੰ ਉਸ ਕੁਐਸਚਨ ਦਾ ਸਹੀ ਆਨਸਰ ਤਾਂ ਪਤਾ ਲੱਗ ਜਾਊਗਾ। ਔਰ ਚੰਗੀ ਗੱਲ ਹੈ ਕਿ ਤੁਸੀਂ ਉਹ ਵਾਲੇ ਕੁਐਸਚਨਸ ਵੀ ਆਪਣੀ ਡਾਇਰੀ ਦੇ ਉੱਪਰ ਨੋਟ ਕਰ ਲਵੋ, ਆਪਣੇ ਕੋਲੇ ਨੋਟ ਕਰ ਲਵੋ, ਕਿਉਂਕਿ MCQs ਹੀ ਨੇ ਜੋ ਸਾਰਾ ਕੁਝ ਹੁੰਦੇ ਨੇ। MCQs ਹੀ ਨੇ ਜੋ ਸਾਨੂੰ ਦੱਸਦੇ ਨੇ ਕਿ ਪੇਪਰ ਕਿਸ ਤਰ੍ਹਾਂ ਦਾ ਆ ਸਕਦਾ ਹੈ। MCQs ਹੀ ਨੇ ਜੋ ਸਾਨੂੰ ਦੱਸਦੇ ਨੇ ਕਿ ਪੇਪਰ ਦੇ ਵਿੱਚ ਜੋ ਕੁਐਸਚਨ ਆ ਉਹ ਕਿਸ ਲੈਵਲ ਦਾ ਪੁੱਛਿਆ ਜਾ ਸਕਦਾ ਹੈ। ਸੋ ਇਹਨਾਂ ਦੇ ਵਿੱਚ ਅਗਰ ਤੁਸੀਂ ਇੱਕ ਚੀਜ਼ ਹੋਰ ਐਡ ਕਰ ਲਵੋ, ਇੱਕ ਤਾਂ 8 ਪੇਪਰ ਜੋ ਤੁਸੀਂ ਚੰਗੀ ਤਰ੍ਹਾਂ ਕਵਰ ਕਰ ਸਕਦੇ ਹੋ, ਇੱਕ ਐਕਸਟਰਾ ਕੁਐਸਚਨਸ ਅਤੇ ਇੱਕ ਪ੍ਰੀਵੀਅਸ ਨੌਲੇਜ ਜੋ ਤੁਹਾਡੇ ਕੋਲ ਹੈਗੀ ਆ, ਅਤੇ ਇੱਕ ਟੈਲੀਗ੍ਰਾਮ ਦੇ ਕੁਐਸਚਨ। 8 ਪੇਪਰ, ਐਕਸਟਰਾ ਕੁਐਸਚਨ ਜਾਂ ਫਿਰ ਐਕਸਟਰਾ ਨੌਲੇਜ ਜੋ ਅਸੀਂ ਕੁਐਸਚਨ ਦੇ ਨਾਲ ਹੀ ਤੁਹਾਨੂੰ ਦੇਵਾਂਗੇ, ਅਤੇ ਪ੍ਰੀਵੀਅਸ ਨੌਲੇਜ ਹੋ ਜੂਗੀ ਤੁਹਾਡੀ। ਅਤੇ ਆਹ ਵਾਲੇ ਟੈਲੀਗ੍ਰਾਮ ਦੇ ਜੋ ਵੀ ਕੁਐਸਚਨਸ ਨੇ ਇਹਨਾਂ ਨੂੰ ਵੀ ਕਵਰ ਕਰ ਲਿਆ ਕਰੋ। ਦੂਸਰੀ ਗੱਲ ਇਹ ਹੈ ਕਿ ਸਰਕਾਰ ਨੇ ਟੈਟ ਤੋਂ ਬਾਅਦ ਸਾਡੇ ਕੋਲੋਂ ਇੱਕ ਸਬਜੈਕਟ ਦਾ ਪੇਪਰ ਵੀ ਤਾਂ ਲੈਣਾ ਹੈ, ਉਹਦੇ ਵਾਸਤੇ ਵੀ ਤਾਂ ਅਸੀਂ ਤਿਆਰੀ ਕਰਨੀ ਆ। ਇਸ ਲਈ ਥੋੜ੍ਹਾ ਜਿਹਾ ਕੇਅਰਫੁਲ ਹੋ ਜਾਓ, ਆਪਣੀ ਤਿਆਰੀ ਚੰਗੇ ਤਰੀਕੇ ਨਾਲ ਕਰਨੀ ਸ਼ੁਰੂ ਕਰ ਦਿਓ। ਚਲੋ ਅੱਜ ਦੀ ਜੋ ਵੀਡੀਓ ਅਸੀਂ ਉਹ ਸ਼ੁਰੂ ਕਰਦੇ ਹਾਂ, ਅੱਜ ਦਾ ਜੋ ਪੇਪਰ ਅਸੀਂ ਉਹ ਸ਼ੁਰੂ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ 2 ਪੇਪਰ ਨੇ ਜੋ ਉਹ ਕਵਰ ਕਰ ਚੁੱਕੇ ਹਾਂ, 2 ਪੇਪਰ ਨੇ ਜੋ ਉਹ ਅਸੀਂ ਦੇਖ ਚੁੱਕੇ ਹਾਂ, ਅਤੇ ਤੀਸਰਾ ਪੇਪਰ ਜੋ ਸਰਕਾਰ ਨੇ 2013 ਦੇ ਵਿੱਚ ਲਿਆ ਸੀਗਾ ਦਸੰਬਰ ਦੇ ਵਿੱਚ, ਇਸ ਨੂੰ ਅਸੀਂ ਕਵਰ ਕਰਨ ਜਾ ਰਹੇ ਹਾਂ। ਪਹਿਲਾ ਕੁਐਸਚਨ ਸਾਡੇ ਕੋਲ ਆ ਰਿਹਾ ਕਿ ਭਾਰਤ ਵਿੱਚ ਗੁਜਰਾਤ ਲੂਣ ਦਾ ਸਭ ਤੋਂ ਵੱਡਾ ਉਤਪਾਦਕ ਹੈ ਕਿਉਂਕਿ ਕਿ ਗੁਜਰਾਤ ਦੇ ਵਿੱਚ ਲੂਣ ਸਭ ਤੋਂ ਜ਼ਿਆਦਾ ਕਿਉਂ ਮਿਲਦਾ ਹੈ। ਇਸ ਦੀਆਂ ਸਾਡੇ ਕੋਲ 4 ਆਪਸ਼ਨਸ ਨੇ, ਜਿਹਦੇ ਵਿੱਚੋਂ ਪਹਿਲੀ ਆ ਕਿ ਉੱਥੇ ਸੁੱਕਾ ਤਟਵਰਤੀ ਭਾਗ ਸਭ ਤੋਂ ਜ਼ਿਆਦਾ ਹੈ, ਮਤਲਬ ਕਿ ਉੱਥੇ ਲਾਰਜੈਸਟ ਡਰਾਈ ਕੋਸਟਲ ਏਰੀਆ ਹੈ। ਦੂਸਰੀ ਆਪਸ਼ਨ ਆ ਸਾਡੇ ਕੋਲੇ ਕਿ ਇੱਥੇ ਦੇ ਸਮੁੰਦਰ ਦਾ ਪਾਣੀ ਆ ਜੋ ਉਹ ਵੱਧ ਖਾਰਾ ਹੁੰਦਾ ਹੈ, ਦਾ ਸੀ ਵਾਟਰ ਹੇਅਰ ਇਜ਼ ਮੋਰ ਸੈਲਾਈਨ। ਤੀਸਰਾ ਸਾਡੇ ਕੋਲੇ ਕਿ ਗੁਜਰਾਤ ਦੇ ਕਿਸਾਨ ਲੂਣ ਬਣਾਉਣ ਵਿੱਚ ਬਹੁਤ ਨਿਪੁੰਨ ਹਨ, ਦੇ ਆਰ ਹਾਈਲੀ ਸਕਿਲਡ। ਅਤੇ ਚੌਥੀ ਆਪਸ਼ਨ ਆ ਸਾਡੇ ਕੋਲੇ ਕਿ ਉੱਥੇ ਸਮੁੰਦਰ ਦਾ ਵਧੇਰੇ ਹਿੱਸਾ ਘੱਟ ਡੂੰਘਾ ਹੈ, ਜਿਹੜਾ ਲਾਰਜ ਏਰੀਆ ਆਫ ਸੀ ਆ ਉਹ ਸ਼ੈਲੋ ਸੀ ਆ, ਘੱਟ ਡੂੰਘਾ ਹੈ, ਬਹੁਤਾ ਜ਼ਿਆਦਾ ਡੂੰਘਾ ਨਹੀਂ ਹੈਗਾ। ਸੋ ਸਾਡੇ ਕੋਲੇ 4 ਆਪਸ਼ਨਸ ਨੇਗੀਆਂ, 4 ਦੇ ਵਿੱਚ ਜੋ ਸਹੀ ਆਪਸ਼ਨ ਆ ਉਹ ਇਹੀ ਆ, ਡੀ ਆਪਸ਼ਨ ਕਿ ਉੱਥੇ ਸਮੁੰਦਰ ਦਾ ਵਧੇਰੇ ਹਿੱਸਾ ਘੱਟ ਡੂੰਘਾ ਹੈ। ਨੈਕਸਟ ਸਾਡੇ ਕੋਲੇ ਕੁਐਸਚਨ ਆ ਰਿਹਾ ਕਿ 2001 ਦੀ ਮਰਦਮਸ਼ੁਮਾਰੀ ਅਨੁਸਾਰ ਕਿਸ ਰਾਜ ਦੀ ਆਬਾਦੀ ਦੀ ਘਣਤਾ ਲੜੀਵਾਰ ਸਭ ਤੋਂ ਘੱਟ ਅਤੇ ਸਭ ਤੋਂ ਜ਼ਿਆਦਾ ਹੈ। ਤੁਹਾਡੇ ਨਾਲ ਮੈਂ ਪਹਿਲੇ ਪੇਪਰ ਦੇ ਵਿੱਚ, ਤੁਹਾਡੇ ਨਾਲ ਮੈਂ ਦੂਜੇ ਪੇਪਰ ਦੇ ਵਿੱਚ ਜੋ ਕੁਐਸਚਨ ਸਾਂਝੇ ਕੀਤੇ ਸੀ, ਜੋ ਅਸੀਂ ਕੁਐਸਚਨ ਡਿਸਕਸ ਕੀਤੇ ਸੀ, ਉਦੋਂ ਵੀ ਤੇ ਹੁਣ ਵੀ ਇੱਕ ਕੁਐਸਚਨ ਆ ਕਿ ਮਰਦਮਸ਼ੁਮਾਰੀ, ਜਿਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਸੈਂਸਸ ਕਹਿ ਦਿੰਦੇ ਹਾਂ, ਇਹ ਕੁਐਸਚਨ ਰਿਪੀਟ ਹੁੰਦਾ ਹੀ ਹੁੰਦਾ ਹੈ। ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਕੁਐਸਚਨ ਸਾਡੇ ਲਈ ਕਿੰਨਾ ਕੁ ਇੰਪੋਰਟੈਂਟ ਹੋ ਸਕਦਾ ਹੈ ਕਿ ਲਗਾਤਾਰ ਪਿਛਲੇ 3 ਪੇਪਰ ਦੇ ਵਿੱਚ ਇਹ ਕੁਐਸਚਨ ਆ ਰਿਹਾ ਹੈ ਜੋ ਕਿ ਸੈਂਸਸ ਨਾਲ ਰਿਲੇਟ ਕਰਦਾ ਹੈ। ਇਹ ਉਹੀ ਕੁਐਸਚਨ ਹੈ ਜਦੋਂ ਮੈਂ ਫਸਟ ਪੇਪਰ ਦੇ ਵਿੱਚ ਤੁਹਾਨੂੰ ਪੁੱਛਿਆ ਵੀ ਸੀਗਾ ਕਿ ਸੈਂਸਸ ਆ ਜੋ ਕਿੰਨਾ ਟਾਈਮ ਬਾਅਦ ਹੁੰਦੀ ਆ, ਹਰ ਕਿੰਨੇ ਸਾਲਾਂ ਦੇ ਬਾਅਦ ਜੋ ਸੈਂਸਸ ਆ ਹੁੰਦੀ ਹੈ, ਜਨਗਣਨਾ ਕਦੋਂ ਕਰਵਾਈ ਜਾਂਦੀ ਆ, ਉਸੇ ਜਨਗਣਨਾ ਨੂੰ ਅਸੀਂ ਮਰਦਮਸ਼ੁਮਾਰੀ ਵੀ ਕਹਿ ਦਿੰਦੇ ਹਾਂ। ਸੋ ਸਾਡੇ ਕੋਲ ਆਪਸ਼ਨਸ ਨੇਗੀਆਂ, ਪਹਿਲੀ ਹੈਗੀ ਅਰੁਣਾਚਲ ਪ੍ਰਦੇਸ਼ ਅਤੇ ਪੱਛਮੀ ਬੰਗਾਲ, ਦੂਜੀ ਹੈਗੀ ਅਰੁਣਾਚਲ ਪ੍ਰਦੇਸ਼ ਅਤੇ ਬਿਹਾਰ, ਤੀਸਰੀ ਹੈਗੀ ਮੱਧ ਪ੍ਰਦੇਸ਼ ਅਤੇ ਬਿਹਾਰ, ਚੌਥੀ ਹੈਗੀ ਨਾਗਾਲੈਂਡ ਅਤੇ ਪੱਛਮੀ ਬੰਗਾਲ। ਤਾਂ ਇਸ ਦਾ ਜੋ ਸਾਡੇ ਕੋਲ ਸਹੀ ਆਨਸਰ ਹੈ ਉਹ ਹੈ ਅਰੁਣਾਚਲ ਪ੍ਰਦੇਸ਼ ਅਤੇ
ਪੱਛਮੀ ਬੰਗਾਲ, ਅਰੁਣਾਚਲ ਪ੍ਰਦੇਸ਼ ਐਂਡ ਵੈਸਟ ਬੰਗਾਲ। 93 ਨੰਬਰ ਕੁਐਸਚਨ ਹੈ ਸਾਡੇ ਕੋਲੇ ਕਿ ਭੌਤਿਕੀ ਅਤੇ ਮਾਨਵੀ ਭੂਗੋਲ ਦੇ ਇਕੱਠੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ? ਦ ਸਟੱਡੀ ਆਫ ਫਿਜ਼ੀਕਲ ਐਂਡ ਹਿਊਮਨ ਜਿਓਗ੍ਰਾਫੀ ਟੂਗੈਦਰ ਇਜ਼ ਕਾਲਡ। ਪਰਿਸਥਿਤਿਕ ਭੂਗੋਲ, ਵਾਤਾਵਰਣਿਕ ਭੂਗੋਲ, ਇਤਿਹਾਸਿਕ ਭੂਗੋਲ ਜਾਂ ਸੱਭਿਆਚਾਰਕ ਭੂਗੋਲ, ਇਕੋਲੋਜੀਕਲ ਜਿਓਗ੍ਰਾਫੀ, ਇਨਵਾਇਰਮੈਂਟਲ ਜਿਓਗ੍ਰਾਫੀ, ਹਿਸਟੋਰੀਕਲ ਜਿਓਗ੍ਰਾਫੀ ਜਾਂ ਫਿਰ ਕਲਚਰਲ ਜਿਓਗ੍ਰਾਫੀ। ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਇਨਵਾਇਰਮੈਂਟਲ ਜਿਓਗ੍ਰਾਫੀ, ਵਾਤਾਵਰਣਿਕ ਭੂਗੋਲ। ਨੈਕਸਟ ਕੁਐਸਚਨ ਸਾਡੇ ਕੋਲ ਆ ਰਿਹਾ ਕਿ ਨਿਆਂ ਸੰਬੰਧੀ ਨਿਰੀਖਣ ਜ਼ਰੂਰੀ ਹੈ, ਜੁਡੀਸ਼ੀਅਲ ਰਿਵਿਊ ਜ਼ਰੂਰੀ ਹੈ, ਕਿਉਂ ਜ਼ਰੂਰੀ ਹੈ? ਸੰਵਿਧਾਨ ਦੀ ਸਰਵ ਉੱਚਤਾ ਨੂੰ ਬਣਾਏ ਰੱਖਣ ਦੇ ਲਈ, ਸੰਘੀ ਸੰਤੁਲਨ ਨੂੰ ਬਣਾਏ ਰੱਖਣ ਦੇ ਲਈ, ਬੁਨਿਆਦੀ ਅਧਿਕਾਰਾਂ ਦੀ ਸੁਰੱਖਿਆ ਦੇ ਲਈ ਜਾਂ ਫਿਰ ਉਪਰੋਕਤ ਸਾਰਿਆਂ ਦੇ ਲਈ। ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਉਪਰੋਕਤ ਸਾਰਿਆਂ ਦੇ ਲਈ। ਨੈਕਸਟ ਕੁਐਸਚਨ ਹੈ ਕਿ ਪ੍ਰਸਤਾਵਨਾ ਨੂੰ ਸੋਧਿਆ ਜਾ ਸਕਦਾ ਹੈ, ਇਹ ਪ੍ਰਸ਼ਨ ਉਠਾਇਆ ਗਿਆ। ਸਭ ਤੋਂ ਪਹਿਲਾਂ ਸਾਡੇ ਕੋਲ ਕੁਐਸਚਨ ਆ ਰਿਹਾ ਹੈ ਕਿ ਪ੍ਰਸਤਾਵਨਾ ਕੀ ਹੁੰਦੀ ਹੈ? ਪ੍ਰਸਤਾਵਨਾ ਜਾਂ ਫਿਰ ਇੰਗਲਿਸ਼ ਦੇ ਵਿੱਚ ਅਸੀਂ ਇਹਨੂੰ ਕਹਿ ਦਿੰਦੇ ਹਾਂ ਪ੍ਰੀਐਂਬਲ। ਪ੍ਰੀਐਂਬਲ ਇਜ਼ ਅ ਪਾਰਟ ਆਫ ਆਰ ਕੌਨਸਟੀਟਿਊਸ਼ਨ। ਕੌਨਸਟੀਟਿਊਸ਼ਨ ਦੀ ਜੋ ਅਸੀਂ ਸ਼ੁਰੂਆਤ ਕਰਦੇ ਹਾਂ ਉਹ ਅਸੀਂ ਪ੍ਰੀਐਂਬਲ ਤੋਂ ਕਰਦੇ ਹਾਂ। ਤਾਂ ਫਿਰ ਦੂਸਰਾ ਕੁਐਸਚਨ ਇਹ ਆ ਰਿਹਾ ਹੈ ਕਿ ਪ੍ਰੀਐਂਬਲ ਨੂੰ ਕੀ ਅਸੀਂ ਅਮੈਂਡ ਕਰ ਸਕਦੇ ਹਾਂ ਜਾਂ ਨਹੀਂ? ਪ੍ਰੀਐਂਬਲ ਨੂੰ ਅਸੀਂ ਅਮੈਂਡ ਕਰ ਸਕਦੇ ਹਾਂ ਜਾਂ ਨਹੀਂ, ਇਸ ਦਾ ਸਬੰਧ ਇਹਨਾਂ ਦੇ ਵਿੱਚੋਂ ਕਿਸ ਕੇਸ ਦੇ ਨਾਲ ਹੈ? ਕੇਸ਼ਵਨੰਦਾ ਭਾਰਤੀ ਕੇਸ ਨਾਲ, ਬੇਰੂਬਾਰੀ ਕੇਸ ਦੇ ਨਾਲ ਜਾਂ ਫਿਰ ਸ਼ਾਹਬਾਨੋ ਕੇਸ ਦੇ ਨਾਲ? ਐਕਚੁਅਲੀ ਗਾਇਜ਼ ਪਿਛਲੇ ਟਾਈਮ ਦੇ ਵਿੱਚ ਨਾ ਜਦੋਂ ਇਹਨਾਂ ਦੇ ਵਿੱਚੋਂ ਕੋਈ ਇੱਕ ਕੇਸ ਹੋਇਆ ਸੀਗਾ, ਉਹਨਾਂ ਕੇਸਿਸ ਦੇ ਵਿੱਚ ਨਾ ਇਹ ਸਵਾਲ ਉਠਾਇਆ ਗਿਆ ਸੀਗਾ ਕਿ ਕੀ ਅਸੀਂ ਸਾਡੇ ਪ੍ਰੀਐਂਬਲ ਨੂੰ ਅਮੈਂਡ ਕਰ ਸਕਦੇ ਹਾਂ, ਕਿ ਅਸੀਂ ਉਹਦੇ ਵਿੱਚ ਕੋਈ ਸੁਧਾਰ ਕਰ ਸਕਦੇ ਹਾਂ ਜਾਂ ਨਹੀਂ। ਤਾਂ ਕਿਸੇ ਟਾਈਮ ਤਾਂ ਸਾਡੇ ਜੋ ਮਾਨਨੀय ਸੁਪਰੀਮ ਕੋਰਟ ਆ ਕਿਸੇ ਟਾਈਮ ਤੋਂ ਕਹਿੰਦੀ ਆ ਕਿ ਹਾਂਜੀ ਅਸੀਂ ਜੋ ਅਮੈਂਡਮੈਂਟ ਆ ਪ੍ਰੀਐਂਬਲ ਦੇ ਵਿੱਚ ਉਹ ਨਹੀਂ ਕਰ ਸਕਦੇ, ਤੇ ਕਿਸੇ ਟਾਈਮ ਕਹਿ ਦਿੰਦੀ ਆ ਕਿ ਹਾਂਜੀ ਉਹ ਕਰ ਸਕਦੇ ਹਾਂ। ਤਾਂ ਕਿਹੜੀਆਂ ਸਿਚੁਏਸ਼ਨਸ ਨੇ, ਕਿਹੜੀਆਂ ਸਿਚੁਏਸ਼ਨ ਦੇ ਵਿੱਚ ਅਸੀਂ ਅਮੈਂਡਮੈਂਟ ਕਰ ਸਕਦੇ ਹਾਂ, ਕਿਹੜੀਆਂ ਸਿਚੁਏਸ਼ਨ 'ਚ ਅਸੀਂ ਅਮੈਂਡਮੈਂਟ ਨਹੀਂ ਕਰ ਸਕਦੇ, ਉਹ ਅਸੀਂ ਜਦੋਂ ਕੰਪਲੀਟ ਲੈਕਚਰ ਲਗਾਵਾਂਗੇ ਉਦੋਂ ਡਿਸਕਸ ਕਰਾਂਗੇ। ਫਿਲਹਾਲ ਇਹ ਦੋ ਕੇਸ ਸੀਗੇ, ਇੱਕ ਸੀਗਾ ਕੇਸ਼ਵਨੰਦਾ ਭਾਰਤੀ ਕੇਸ ਤੇ ਦੂਸਰਾ ਸੀਗਾ ਬੇਰੂਬਾਰੀ ਕੇਸ। ਇਹ ਦੋ ਕੇਸ ਅਜਿਹੇ ਕੇਸ ਸੀਗੇ ਜਿਨ੍ਹਾਂ ਦੇ ਵਿੱਚ ਸਰਕਾਰ ਨੇ ਕਿਹਾ ਸੀਗਾ ਕਿ ਇੱਕ ਕੇਸ ਦੇ ਵਿੱਚ ਸਰਕਾਰ ਨੇ ਕਿਹਾ ਸੀਗਾ ਕਿ ਹਾਂਜੀ ਅਸੀਂ ਅਮੈਂਡਮੈਂਟ ਕਰ ਸਕਦੇ ਹਾਂ, ਇੱਕ ਦੇ ਵਿੱਚ ਕਿਹਾ ਸੀਗਾ ਕਿ ਨਹੀਂ ਕਰ ਸਕਦੇ। ਸੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਪਹਿਲਾ ਅਤੇ ਤੀਸਰਾ, ਦੋਵਾਂ ਦੇ ਵਿੱਚ ਆ ਜੋ ਉਹ ਅਮੈਂਡਮੈਂਟ ਹੁੰਦੀ ਆ ਪ੍ਰੀਐਂਬਲ ਦੀ। ਨੈਕਸਟ ਕੁਐਸਚਨ ਆ ਸਾਡੇ ਕੋਲੇ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਅਜਿਹਾ ਹੈ ਜਿਹੜਾ ਲੋਕ ਰਾਏ ਦੁਆਰਾ ਭਾਰਤ ਵਿੱਚ ਸ਼ਾਮਿਲ ਕੀਤਾ ਗਿਆ? ਤੇ ਹੁਣ ਆ ਲੋਕ ਰਾਏ ਕੀ ਹੁੰਦੀ ਆ? ਲੋਕ ਰਾਏ ਸ਼ਾਇਦ ਤੁਹਾਨੂੰ ਵਰਡ ਇੰਨਾ ਸਮਝ ਨਾ ਆਵੇ, ਅਗਰ ਮੈਂ ਇੱਥੇ ਲਿਖ ਦੇਵਾਂ ਰੈਫਰੈਂਡਮ, ਕਿ ਉਹ ਕਿਹੜਾ ਹੈ ਜਿਹੜਾ ਰੈਫਰੈਂਡਮ ਦੇ ਜ਼ਰੀਏ ਭਾਰਤ ਦੇ ਵਿੱਚ ਸ਼ਾਮਿਲ ਕੀਤਾ ਗਿਆ। ਤਾਂ ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਰੈਫਰੈਂਡਮ ਕੀ ਹੁੰਦਾ ਹੈ। ਸੋ ਤੁਸੀਂ ਨੋਟ ਕਰ ਲਵੋ, ਤੁਸੀਂ ਲਿਖ ਲਵੋ ਕਿ ਰੈਫਰੈਂਡਮ ਕੀ ਹੁੰਦਾ ਹੈ। ਰੈਫਰੈਂਡਮ ਹੁੰਦਾ ਹੈ ਜਦੋਂ all people of a country, when all people of a country can vote ਕਰਨਗੇ ਉਹ on a particular political question, ਕਿ ਜਦੋਂ ਸਾਡੇ ਤੋਂ ਕੋਈ ਪੋਲੀਟੀਕਲ ਕੁਐਸਚਨ ਪੁੱਛਿਆ ਜਾਊਗਾ, ਸਾਡੇ ਤੋਂ ਮੀਨ ਟੂ ਸੇ ਜਿੰਨੇ ਵੀ ਉਸ ਕੰਟਰੀ ਦੇ ਲੋਕ ਨੇ, ਜਿੰਨੇ ਵੀ ਕਿਸੇ ਇੱਕ ਜਗ੍ਹਾ ਦੇ ਲੋਕ ਨੇ, ਉਹਨਾਂ ਤੋਂ ਜਦੋਂ ਅਸੀਂ ਕੋਈ ਕੁਐਸਚਨ ਪੁੱਟ ਕਰਾਂਗੇ ਰਿਲੇਟਡ ਟੂ ਪੋਲੀਟੀਕਲ, ਰਿਲੇਟਡ ਟੂ ਪੋਲੀਟਿਕਸ, ਕਿ ਕੀ ਕਰ ਸਕਦੇ ਹਾਂ ਅਸੀਂ, ਕੀ ਨਹੀਂ ਕਰ ਸਕਦੇ, ਉਦੋਂ ਜੋ ਸਿਸਟਮ ਸਾਹਮਣੇ ਆਉਂਦਾ ਹੈ, ਜੋ ਸਿਨੈਰੀਓ ਸਾਹਮਣੇ ਆਉਂਦਾ ਹੈ, ਉਸ ਨੂੰ ਅਸੀਂ ਕਹਿ ਦਿੰਦੇ ਹਾਂ ਰੈਫਰੈਂਡਮ। ਇੰਸੀਡੈਂਟ ਤੇ ਚੱਲਦੇ ਹਾਂ। ਪ੍ਰਿੰਸਲੀ ਸਟੇਟਸ, ਸਭ ਤੋਂ ਪਹਿਲਾ ਕੁਐਸਚਨ ਕਿ ਪ੍ਰਿੰਸਲੀ ਸਟੇਟਸ ਹੁੰਦੀਆਂ ਕੀ ਨੇ, ਇਹਨਾਂ ਬਾਰੇ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਇਹ ਆਪਣੇ ਆਪ ਦੇ ਵਿੱਚ ਨਾ ਇਹ 15 ਤੋਂ 20 ਮਿੰਟ ਦਾ, ਬਲਕਿ ਇਸ ਤੋਂ ਵੀ ਵੱਧ ਦਾ ਆਪਣੇ ਆਪ ਦੇ ਵਿੱਚ ਇੱਕ ਟੌਪਿਕ ਆ ਜਿਸ ਨੂੰ ਅਸੀਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਲਾਈਕ ਸਾਡਾ ਮਲੇਰਕੋਟਲਾ, ਲਾਈਕ ਨਾਭਾ, ਪਟਿਆਲਾ, ਇਹ ਰਿਆਸਤਾਂ ਸੀਗੀਆਂ। ਰਿਆਸਤਾਂ ਨੂੰ ਅਸੀਂ ਇੰਗਲਿਸ਼ ਦੇ ਵਿੱਚ ਪ੍ਰਿੰਸਲੀ ਸਟੇਟਸ ਕਹਿ ਦਿੰਦੇ ਹਾਂ। ਪ੍ਰਿੰਸਲੀ ਸਟੇਟ ਦਾ ਕੀ ਕੇਸ ਸੀਗਾ, ਕੀ ਨਹੀਂ ਸੀਗਾ, ਉਹ ਸਾਰਾ ਕੁਝ ਤੁਹਾਨੂੰ ਮੈਂ ਥੋੜਾ ਹਿੰਟ ਦੇ ਦਿੰਦਾ ਕਿ ਪ੍ਰਿੰਸਲੀ ਸਟੇਟ ਨਾ ਜਿਸ ਟਾਈਮ ਸਾਨੂੰ ਆਜ਼ਾਦੀ ਮਿਲੀ ਸੀਗੀ 47 ਦੇ ਵਿੱਚ, ਪ੍ਰਿੰਸਲੀ ਸਟੇਟਸ ਕੋਲੇ ਆਪਸ਼ਨ ਸੀਗੀ ਕਿ ਜਾਂ ਤਾਂ ਇਹ ਇੰਡੀਆ ਦੇ ਵਿੱਚ ਸ਼ਾਮਿਲ ਹੋ ਜਾਣ, ਜਾਂ ਇਹ ਪਾਕਿਸਤਾਨ 'ਚ ਸ਼ਾਮਿਲ ਹੋ ਜਾਣ, ਜਾਂ ਫਿਰ ਇਹ ਇੰਡੀਪੈਂਡੈਂਟ ਰਹਿਣ। ਇਹਨਾਂ ਦੀ ਆਪਣੀ ਮਰਜ਼ੀ ਹੈ, ਚਾਹੇ ਉਹ
ਇੰਡੀਆ ਦਾ ਹਿੱਸਾ ਬਣ ਜਾਣ, ਚਾਹੇ ਉਹ ਪਾਕਿਸਤਾਨ ਦਾ ਹਿੱਸਾ ਬਣ ਜਾਣ, ਚਾਹੇ ਉਹ ਆਜ਼ਾਦ ਰਹਿਣ, ਮਤਲਬ ਕਿ ਇੱਕ ਅਲੱਗ ਕੰਟਰੀ ਬਣਾ ਲੈਣ, ਇਹਨਾਂ ਦੀ ਆਪਣੀ ਮਰਜ਼ੀ ਹੈ। ਇਹ ਵਾਲੀ ਜੋ ਆਪਸ਼ਨ ਆ ਪ੍ਰਿੰਸਲੀ ਸਟੇਟਸ ਨੂੰ ਮਿਲੀ ਸੀਗੀ। ਉਹਦੇ ਵਿੱਚ ਕੁਛ ਇੱਕ ਸਟੇਟ ਸੀਗੀਆਂ ਜਿਨ੍ਹਾਂ ਨੇ ਕਹਿਤਾ ਸੀਗਾ ਕਿ ਹਾਂਜੀ ਅਸੀਂ ਇੰਡੀਆ ਦੇ ਵਿੱਚ ਸ਼ਾਮਿਲ ਹੋਵਾਂਗੇ, ਕੁਛ ਇੱਕ ਸਟੇਟ ਸੀਗੀਆਂ ਜਿਹੜੀਆਂ ਪਾਕਿਸਤਾਨ ਦੇ ਵਿੱਚ ਲੈ ਗਈਆਂ ਸੀਗੀਆਂ, ਬਟ ਕੁਛ ਇੱਕ ਸਟੇਟਸ ਨੇ ਕਹਿਤਾ ਸੀਗਾ ਕਿ ਅਸੀਂ ਇੰਡੀਪੈਂਡੈਂਟ ਰਹਾਂਗੇ, ਜਿਹਦੇ ਵਿੱਚ ਜੰਮੂ ਕਸ਼ਮੀਰ ਸੀਗਾ, ਜਿਹਦੇ ਵਿੱਚ ਹੈਦਰਾਬਾਦ ਸੀਗਾ, ਜਿਹਦੇ ਵਿੱਚ ਜੂਨਾਗੜ੍ਹ ਸੀਗਾ, ਹੋਰ ਕਾਫੀ ਸਾਰੀਆਂ ਸਟੇਟ ਸੀਗੀਆਂ ਜਿਹੜੀਆਂ ਕਹਿੰਦੀਆਂ ਸੀਗੀਆਂ ਕਿ ਅਸੀਂ ਇੰਡੀਪੈਂਡੈਂਟ ਰਹਾਂਗੇ। ਤਾਂ ਉਹਨਾਂ ਦੇ ਵਿੱਚੋਂ ਇੱਕ ਸਟੇਟ ਜਾਂ ਅਜਿਹੀ ਕਿਹੜੀ ਸਟੇਟ ਸੀਗੀ ਜਿਹਨੂੰ ਅੰਡਰ ਦਾ ਰੈਫਰੈਂਡਮ ਮਤਲਬ ਕਿ ਲੋਕਾਂ ਤੋਂ ਪੁੱਛਿਆ ਗਿਆ ਕਿ ਭਾਈ ਤੁਸੀਂ ਕੀ ਕਰਨਾ ਹੈ, ਕਿੱਧਰ ਜਾਣਾ ਹੈ ਤੁਸੀਂ, ਅੰਡਰ ਦਾ ਰੈਫਰੈਂਡਮ ਉਸ ਸਟੇਟ ਨੂੰ ਅਸੀਂ ਇੰਡੀਆ ਦੇ ਵਿੱਚ ਸ਼ਾਮਿਲ ਕੀਤਾ ਸੀਗਾ। ਆਈ ਥਿੰਕ ਤੁਹਾਨੂੰ ਥੋੜਾ ਸਮਝ ਆ ਗਿਆ ਹੋਣਾ। ਸੋ ਅਸੀਂ ਗੱਲ ਕਰਦੇ ਹਾਂ ਕੁਐਸਚਨ ਨੰਬਰ 96 ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਲੋਕ ਰਾਏ ਦੁਆਰਾ ਰੈਫਰੈਂਡਮ ਦੁਆਰਾ ਭਾਰਤ ਵਿੱਚ ਸ਼ਾਮਿਲ ਕੀਤਾ ਗਿਆ ਸੀਗਾ? ਜੰਮੂ ਕਸ਼ਮੀਰ, ਹੈਦਰਾਬਾਦ, ਭੋਪਾਲ ਜਾਂ ਫਿਰ ਜੂਨਾਗੜ੍ਹ? ਇਹਦਾ ਸਹੀ ਆਨਸਰ ਆ ਸਾਡੇ ਕੋਲੇ ਜੂਨਾਗੜ੍ਹ। ਜੂਨਾਗੜ੍ਹ ਇੱਕ ਅਜਿਹਾ ਸਟੇਟ ਸੀਗੀ, ਪ੍ਰਿੰਸਲੀ ਸਟੇਟ ਸੀਗੀ, ਜਿਸ ਨੂੰ ਅਸੀਂ ਅੰਡਰ ਦਾ ਰੈਫਰੈਂਡਮ ਸ਼ਾਮਿਲ ਕੀਤਾ ਸੀਗਾ। ਨੈਕਸਟ ਕੁਐਸਚਨ ਆ ਸਾਡੇ ਕੋਲੇ ਕਿ ਹੇਠ ਲਿਖੇ ਅਨੁਛੇਦਾਂ ਚੋਂ ਕਿਸ ਨੂੰ ਡਾਕਟਰ BR ਅੰਬੇਦਕਰ ਨੇ ਬੁਨਿਆਦੀ ਅਧਿਕਾਰਾਂ ਦੀ ਨੀਂਹ ਕਿਹਾ ਹੈ? ਕਹਿਣ ਦਾ ਮਤਲਬ ਬੁਨਿਆਦੀ ਜੋ ਅਧਿਕਾਰ ਨੇ ਸਾਡੇ, ਫੰਡਾਮੈਂਟਲ ਜੋ ਰਾਈਟਸ ਨੇ ਸਾਡੇ, ਉਹਨਾਂ ਦਾ ਨੀਂਹ ਪੱਥਰ ਕਿਹਾ ਹੈ। ਤਾਂ ਫੰਡਾਮੈਂਟਲ ਰਾਈਟਸ ਅਸੀਂ ਪਹਿਲਾਂ ਵੀ ਗੱਲ ਕੀਤੀ ਆ ਕਿ ਵੈਰੀ ਇੰਪੋਰਟੈਂਟ। ਅਗਰ ਅਸੀਂ ਪਹਿਲੇ ਪੇਪਰ ਦੀ ਗੱਲ ਕਰ ਲਈਏ, ਅਗਰ ਅਸੀਂ ਦੂਜੇ ਪੇਪਰ ਦੀ ਗੱਲ ਕਰ ਲਈਏ, ਉਹਨਾਂ ਦੇ ਵਿੱਚ ਵੀ ਫੰਡਾਮੈਂਟਲ ਰਾਈਟਸ ਦਾ ਕਾਫੀ ਜ਼ਿਕਰ ਕੀਤਾ ਗਿਆ ਹੈ। ਉਹਨਾਂ ਦੇ ਵਿੱਚ ਵੀ ਫੰਡਾਮੈਂਟਲ ਜੋ ਰਾਈਟਸ ਨੇ ਉਹ ਸਾਡੇ ਸਾਹਮਣੇ ਸਾਨੂੰ ਦੇਖਣ ਨੂੰ ਮਿਲੇ, ਉਹਨਾਂ ਦੇ ਵਿੱਚੋਂ ਕੁਐਸਚਨ ਕਾਫੀ ਆਏ ਹੋਏ ਨੇ। ਸੋ ਫੰਡਾਮੈਂਟਲ ਰਾਈਟ ਜੋ ਟੌਪਿਕ ਆ PS ਟੈਟ ਲਈ ਕਾਫੀ ਜ਼ਿਆਦਾ ਇੰਪੋਰਟੈਂਟ ਆ, ਹਰ ਵਾਰ ਇਹਦੇ ਵਿੱਚੋਂ ਕੁਐਸਚਨ ਆਉਂਦੇ ਹੀ ਆਉਂਦੇ ਨੇ। ਤਾਂ ਇਹਨਾਂ ਦੇ ਵਿੱਚੋਂ ਕਿਹੜਾ ਆਰਟੀਕਲ ਆ ਜਿਹੜਾ BR ਅੰਬੇਦਕਰ ਨੇ ਬੁਨਿਆਦੀ ਅਧਿਕਾਰਾਂ ਦਾ ਨਹੀਂ ਕਿਹਾ ਹੈ, ਬੁਨਿਆਦੀ ਅਧਿਕਾਰਾਂ ਦਾ ਬਾਰੇ ਕਿਹਾ ਕਿ ਇਸ ਦਾ ਨੀਂਹ ਪੱਥਰ ਜੋ ਬੁਨਿਆਦੀ ਅਧਿਕਾਰਾਂ ਦਾ ਇਹ ਵਾਲਾ ਰਾਈਟ, ਇਹੀ ਵਾਲੇ ਆਰਟੀਕਲ ਬਾਰੇ ਅੱਗੇ ਚੱਲ ਕੇ BR ਅੰਬੇਦਕਰ ਨੇ ਕੁਝ ਹੋਰ ਵੀ ਕਿਹਾ। ਵੈਸੇ ਤਾਂ ਮੈਂ ਤੁਹਾਨੂੰ ਇੱਥੇ ਹੀ ਦੱਸਣਾ ਚਾਹੁੰਦਾ ਸੀਗਾ, ਬਟ ਆਲਰੇਡੀ ਅੱਗੇ ਸਾਨੂੰ ਇੱਕ ਕੁਐਸਚਨ ਪਿਆ ਹੈ ਇਸ ਨਾਲ ਰਿਲੇਟਡ, ਸੋ ਆਪਾਂ ਉੱਥੇ ਡਿਸਕਸ ਕਰਾਂਗੇ। ਫਿਲਹਾਲ ਇਸ ਦਾ ਆਨਸਰ ਆਰਟੀਕਲ 29, 32, 30, 28 ਸਾਡੇ ਕੋਲ 4 ਆਪਸ਼ਨਸ ਨੇ, ਤੇ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਕੁਐਸਚਨ B, ਆਪਸ਼ਨ B 32, ਆਰਟੀਕਲ 32। ਨੈਕਸਟ ਕੁਐਸਚਨ ਹੈ ਸਾਡੇ ਕੋਲ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਆਦਿ ਤਮਿਲ ਸਾਹਿਤ ਦਾ ਮਹਾਕਾਵਿ ਹੈ? ਤੋਲਕੱਪੀਅਮ ਅਤੇ ਤਿਰੁਕੁਰਲ, ਅਗਨਾਨੂਰੂ ਅਤੇ ਪੂਰਨਾਨੂਰੂ, ਪਦੀਰੂਪੱਤੂ ਅਤੇ ਮਧੁਰਾ ਇਕਾਂਜੀ, ਸ਼ਿਲਪਾਦੀਕਰਮ ਅਤੇ ਮਨੀਮੇਕਲਾਈ। ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਸ਼ਿਲਪਾਦੀਕਰਮ ਅਤੇ ਮਨੀਮੇਕਲਾਈ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਸਹੀ ਨਹੀਂ ਹੈ? ਸਾਡੇ ਕੋਲੇ ਕੁਐਸਚਨਸ ਆ ਰਹੇ ਨੇ। ਅਲ ਬਰੂਨੀ ਵੱਲੋਂ ਤਾਰੀਖ-ਏ ਹਿੰਦ ਲਿਖੀ ਗਈ, ਇਬਨ ਬਤੂਤਾ ਵੱਲੋਂ ਕਿਤਾਬੁਲ ਹਿੰਦ ਲਿਖੀ ਗਈ, ਜ਼ਿਆਉਦੀਨ ਬਰਨੀ ਵੱਲੋਂ ਤਾਰੀਖ-ਏ ਫਿਰੋਜ਼ ਸ਼ਾਹੀ ਲਿਖੀ ਗਈ, ਅਮੀਰ ਖੁਸਰੋ ਵੱਲੋਂ ਤੁਗਲਕਨਾਮਾ ਲਿਖੀ ਗਈ। ਤਾਂ ਇਸ ਦੇ ਵਿੱਚ ਜੋ ਸਹੀ ਹੈ, ਇਸ ਦੇ ਵਿੱਚ ਜੋ ਸਹੀ ਆਪਸ਼ਨ ਹੈ, ਮਤਲਬ ਕਿ ਉਂਝ ਗਲਤ ਹੈ ਬਟ ਅਕੋਰਡਿੰਗ ਟੂ ਕੁਐਸਚਨ ਸਹੀ ਹੈ, ਉਹ ਹੈ ਇਬਨ ਬਤੂਤਾ ਵੱਲੋਂ ਕਿਤਾਬੁਲ ਹਿੰਦ ਲਿਖੀ ਗਈ। ਇਬਨ ਬਤੂਤਾ ਵੱਲੋਂ ਕਿਤਾਬੁਲ ਹਿੰਦ ਨਹੀਂ ਲਿਖੀ ਗਈ ਸੀਗੀ। ਤਾਂ ਆਹ ਵਾਲਾ ਵੀ ਤੁਹਾਡੀ ਆਪਸ਼ਨ ਸਹੀ ਆ, ਆ ਵੀ ਸਹੀ ਆ, ਆ ਵੀ ਸਹੀ ਆ। ਕੁਐਸਚਨ ਜੋ B ਆ ਉਹ ਵਾਲੀ ਆਪਸ਼ਨ ਸਾਡੀ ਸਹੀ ਨਹੀਂ ਹੈਗੀ। ਹੁਣ ਇੱਥੇ ਸਵਾਲ ਦੋ ਪੈਦਾ ਹੋ ਰਹੇ ਨੇ। ਪਹਿਲਾ ਕਿ ਕਿਤਾਬੁਲ ਹਿੰਦ ਫਿਰ ਲਿਖੀ ਕਿਸ ਨੇ, ਕਿਤਾਬੁਲ ਹਿੰਦ ਦਾ ਰਾਈਟਰ ਕੌਣ ਸੀਗਾ, ਤੇ ਦੂਸਰਾ ਕੁਐਸਚਨ ਕਿ ਇਬਨ ਬਤੂਤਾ ਕੌਣ ਸੀਗਾ। ਇਹ ਦੋ ਕੁਐਸਚਨ ਸਾਡੇ ਸਾਹਮਣੇ ਆ ਰਹੇ ਨੇ। ਤਾਂ ਚੰਗੀ ਗੱਲ ਹੈ ਕਿ ਤੁਸੀਂ ਇੱਕ ਵਾਰ ਫਿਰ ਤੋਂ ਅਗਰ ਨੋਟਬੁੱਕ ਰੱਖ ਲਵੋ, ਨੋਟਬੁੱਕ ਸਾਹਮਣੇ ਲੈ ਆਵੋ, ਕਿਉਂਕਿ ਇਸ ਬਾਰੇ ਅਸੀਂ ਕਾਫੀ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰਨੀ ਆ। ਸੋ ਲਿਖਣਾ ਸ਼ੁਰੂ ਕਰ ਦਿਓ। ਗੱਲ ਕਰਦੇ ਹਾਂ ਅਸੀਂ ਕਿਤਾਬੁਲ ਹਿੰਦ ਬਾਰੇ। ਕਿਤਾਬ ਉਲ ਹਿੰਦ ਇਸ ਨੂੰ ਲਿਖਿਆ ਸੀ ਅਲ ਬੈਰੂਨੀ ਨੇ। ਤਾਂ ਹੁਣ ਇੱਥੇ ਕੁਐਸਚਨ ਹੋਰ ਸਾਡੇ ਸਾਹਮਣੇ ਆ ਰਿਹਾ ਹੈ। ਉਹ ਕੁਐਸਚਨ ਇਹ ਹੈ ਕਿ ਅਲ ਬੈਰੂਨੀ ਕੌਣ ਸੀ? ਅਲ ਬੈਰੂਨੀ ਦਾ ਪੂਰਾ ਨਾਮ ਸੀਗਾ ਅਬੂ ਰੇਹਾਨ ਅਲ ਬੈਰੂਨੀ। ਇੱਕ ਈਰਾਨ ਦਾ ਰਹਿਣ ਵਾਲਾ ਸੀ, ਇਰਾਨੀਅਨ ਸਕੋਲਰ ਸੀਗਾ, ਇਰਾਨੀਅਨ ਸਕੋਲਰ ਸੀਗਾ। ਹੁਣ ਅਗਲੀ ਚੀਜ਼ ਜੋ ਇਹਦੇ ਬਾਰੇ ਬਹੁਤ ਇੰਪੋਰਟੈਂਟ ਆ, ਹੀ ਵਾਜ਼ ਨੋਨ ਫॉर ਕਿ ਇਹ ਕਿਸ ਚੀਜ਼ ਲਈ ਜਾਣਿਆ ਜਾਂਦਾ ਸੀ? ਪਹਿਲਾ ਫਾਦਰ ਆਫ ਇੰਡੋਲੋਜੀ, ਇਹ ਜਾਣਿਆ ਜਾਂਦਾ ਸੀਗਾ
ਇੰਡੋਲੋਜੀ ਦੇ ਲਈ। ਦੂਸਰਾ ਫਾਦਰ ਆਫ ਕੰਪੈਰੀਟਿਵ ਰਿਲੀਜਨ, ਫਾਦਰ ਆਫ ਕੰਪੈਰੀਟਿਵ ਰਿਲੀਜਨ। ਤੀਸਰਾ ਇਹ ਜਾਣਿਆ ਜਾਂਦਾ ਸੀ ਫਾਦਰ ਆਫ ਮਾਡਰਨ ਜਿਓਡੇਸੀ, ਮਾਡਰਨ ਜਿਓਡੇਸੀ। ਫੋਰਥ ਸਾਡੇ ਕੋਲ ਆ ਰਿਹਾ ਫਸਟ, ਇਸ ਨੂੰ ਜਾਣਿਆ ਜਾਂਦਾ ਸੀਗਾ ਜੋ ਫਸਟ ਐਂਥਰੋਪੋਲੋਜਿਸਟ, ਐਂਥਰੋਪੋਲੋਜਿਸਟ। ਇਸ ਨੂੰ ਇੰਨੇ ਚੀਜ਼ਾਂ ਦੇ ਲਈ ਜਾਣਿਆ ਜਾਂਦਾ ਸੀ। ਸਾਡੇ ਕੋਲ ਪਹਿਲਾ ਹੁਣ ਜੋ ਕੁਐਸਚਨ ਆ ਰਿਹਾ, ਹੀ ਵਾਜ਼ ਨੋਨ ਫॉर ਇੰਡੋਲੋਜੀ। ਇੰਡੋਲੋਜੀ ਕੀ ਹੁੰਦੀ ਆ? ਇੰਡੋਲੋਜੀ ਅਸੀਂ ਕਹਿ ਦਿੰਦੇ ਆ ਇੰਡੀਅਨ ਹਿਸਟਰੀ ਨੂੰ ਜਾਂ ਫਿਰ ਇੰਡੀਅਨ ਸਟੱਡੀ ਨੂੰ, ਇੰਡੀਅਨ ਸਟੱਡੀ ਨੂੰ ਅਸੀਂ ਇੰਡੋਲੋਜੀ ਕਹਿ ਦਿੰਦੇ ਆ। ਦੂਸਰਾ ਕੰਪੈਰੀਟਿਵ ਰਿਲੀਜਨ ਸਾਨੂੰ ਪਤਾ ਹੀ ਆ। ਤੀਸਰਾ ਮਾਡਰਨ ਜਿਓਡੇਸੀ, ਮਤਲਬ ਕਿ ਅਰਥ ਸਾਇੰਸ, ਮਤਲਬ ਕਿ ਦੇਖਣਾ ਕਿ ਅਰਥ ਕੀ ਆ, ਕਿਵੇਂ ਮੂਵ ਕਰਦੀ ਆ, ਕਿੱਧਰ ਨੂੰ ਮੂਵ ਕਰਦੀ ਆ, ਕਿੱਧਰ ਨੂੰ ਘੁੰਮਦੀ ਆ, ਕਦੋਂ ਦਿਨ ਹੁੰਦਾ, ਕਦੋਂ ਰਾਤ ਹੁੰਦੀ ਆ, ਕਿਉਂ ਰਾਤ ਹੁੰਦੀ ਆ, ਕਿਉਂ ਦਿਨ ਹੁੰਦਾ, ਉਹ ਸਾਰਾ ਕੁਝ ਅਸੀਂ ਕਵਰ ਕਰਦੇ ਹਾਂ ਜਿਓਡੇਸੀ ਦੇ ਵਿੱਚ, ਜੋ ਜਿਸ ਦਾ ਕਿ ਫਾਦਰ ਮੰਨਿਆ ਜਾਂਦਾ ਹੈ ਅਲਬੈਰੂਨੀ ਨੂੰ। ਤੀਸਰਾ ਸਾਡੇ ਕੋਲ ਜੋ ਨੈਕਸਟ ਹੈ ਉਹ ਹੈ ਐਂਥਰੋਪੋਲੋਜਿਸਟ। ਐਂਥਰੋਪੋਲੋਜਿਸਟ ਹੁੰਦਾ ਹੈ ਸਟੱਡੀ ਆਫ ਅਸਪੈਕਟਸ, ਅਜਿਹੇ ਅਸਪੈਕਟ ਦੀ ਅਸੀਂ ਸਟੱਡੀ ਕਰਨੀ ਆ, ਸਟੱਡੀ ਆਫ ਅਸਪੈਕਟ ਆਫ ਹਿਊਮਨਸ, ਹਿਊਮਨਸ ਦੇ ਉਹ ਵਾਲੇ ਅਸਪੈਕਟ, ਹਿਊਮਨਸ ਦੇ ਉਹ ਵਾਲੇ ਅਸਪੈਕਟਸ ਦੀ ਸਟੱਡੀ ਜਿਨ੍ਹਾਂ ਦਾ ਸਬੰਧ ਆ ਵਿਦ ਇਨ ਪਾਸਟ ਐਂਡ ਪ੍ਰੈਜ਼ੈਂਟ ਸੁਸਾਇਟੀਜ਼, ਜਿਨ੍ਹਾਂ ਦਾ ਸਬੰਧ ਆ ਹੁਣ ਦੀਆਂ ਤੇ ਪੁਰਾਣੀਆਂ ਸੁਸਾਇਟੀਜ਼ ਦੇ ਨਾਲ। ਸੋ ਇੰਨਾ ਕੁਛ ਆ ਜੋ ਕਿਤਾਬੁਲ ਹਿੰਦ ਦੇ ਵਿੱਚ ਅਲਬੈਰੂਨੀ ਜਾਂ ਫਿਰ ਕਿਤਾਬੁਲ ਹਿੰਦ ਦੇ ਰਾਈਟਰ ਅਲਬੈਰੂਨੀ ਬਾਰੇ ਸਾਨੂੰ ਜਾਣਨ ਦੀ ਲੋੜ ਆ। ਚੰਗੀ ਗੱਲ ਆ ਕਿ ਤੁਸੀਂ ਇਸ ਨੂੰ ਨੋਟ ਕਰ ਲਓਗੇ। ਨੈਕਸਟ ਸਾਡੇ ਕੋਲੇ ਕੁਐਸਚਨ ਆ ਰਿਹਾ ਹੈ ਕਿ ਹੁਣ ਇਬਨ ਬਤੂਤਾ, ਜੋ ਨੈਕਸਟ ਕੁਐਸਚਨ ਹੈ ਇਸੇ ਕੁਐਸਚਨ ਦੇ ਵਿੱਚ, ਕਿ ਇਬਨ ਬਤੂਤਾ ਕੌਣ ਸੀਗਾ? ਇਬਨ ਬਤੂਤਾ ਇੱਕ ਮੁਸਲਿਮ ਮੋਰੋਕਨ ਸਕੋਲਰ ਸੀਗਾ। ਮੁਸਲਿਮ ਮੋਰੋਕਨ ਮਤਲਬ ਕਿ ਇਹ ਮੋਰੋਕੋ ਦਾ ਰਹਿਣ ਵਾਲਾ ਸੀਗਾ, ਮੋਰੋਕਨ ਸਕੋਲਰ ਸੀਗਾ। ਦੂਸਰਾ ਇਹ ਐਕਸਪਲੋਰਰ ਸੀਗਾ ਜੋ ਕਿ ਜਗ੍ਹਾ ਟਰੈਵਲ ਕਰਦਾ ਸੀਗਾ। ਕਿਹਾ ਜਾਂਦਾ ਹੈ ਕਿ ਇਸਨੇ ਜਿੰਨੇ ਵੀ ਦਾਰੁਲ ਇਸਲਾਮ ਹੁਣ ਕੀ ਆ, ਉਹ ਵਾਲਾ ਸਾਰਾ ਇਲਾਕਾ ਆ, ਉਹ ਵਾਲੀ ਸਾਰੀਆਂ ਜਗ੍ਹਾਵਾਂ ਜਿੱਥੇ ਜਿੱਥੇ ਇਸਲਾਮ ਫੈਲਿਆ ਹੋਇਆ ਸੀਗਾ, ਜਿੱਥੇ ਜਿੱਥੇ ਲੋਕ ਇਸਲਾਮ ਨੂੰ ਮੰਨਣ ਵਾਲੇ ਰਹਿੰਦੇ ਸੀਗੇ, ਹਰ ਇੱਕ ਜਗ੍ਹਾ ਦਾ ਇਹਨੇ ਟਰੈਵਲ ਕੀਤਾ ਸੀਗਾ, ਹਰ ਇੱਕ ਜਗ੍ਹਾ ਤੇ ਇਹ ਗਿਆ ਸੀਗਾ। ਤੀਸਰੀ ਚੀਜ਼ ਕਿ ਉਹ ਕਿਹੜੀਆਂ ਜਗ੍ਹਾ ਉਹਨੇ ਕਵਰ ਕੀਤੀਆਂ ਇਸੇ ਦੇ ਚੱਲਦੇ ਹੋਏ, ਤਾਂ ਉਸਨੇ ਕਵਰ ਕੀਤਾ ਸੀਗਾ ਐਫਰੋ ਯੂਰੇਸ਼ੀਆ। ਹੁਣ ਐਫਰੋ ਯੂਰੇਸ਼ੀਆ ਕੀ ਆ? ਐਫਰੋ ਤਾਂ ਸਾਨੂੰ ਪਤਾ ਲੱਗ ਰਿਹਾ ਕਿ ਅਫਰੀਕਾ, ਯੂਰੇਸ਼ੀਆ ਦੋ ਕੰਟੀਨੈਂਟ ਨੂੰ ਮਿਲਾ ਕੇ ਅਸੀਂ ਇੱਕ ਜਦੋਂ ਕੰਟੀਨੈਂਟ ਬਣਾਉਂਦੇ ਹਾਂ ਉਸਨੂੰ ਯੂਰੇਸ਼ੀਆ ਕਹਿ ਦਿੰਦੇ ਹਾਂ। ਯੂਰਪ ਤੇ ਏਸ਼ੀਆ, ਇਹਨਾਂ ਦੋਨਾਂ ਨੂੰ ਮਿਲਾ ਕੇ ਅਸੀਂ ਯੂਰੇਸ਼ੀਆ ਪੜ੍ਹਦੇ ਹਾਂ। ਸੋ ਇੰਨਾ ਜ਼ਿਆਦਾ ਇਹਨੇ ਟਰੈਵਲ ਕੀਤਾ ਹੋਇਆ। ਸਾਡੇ ਕੋਲ ਇਸ ਦੀ ਟਰੈਵਲ ਦੀ ਹਿਸਟਰੀ ਦੇ ਵਿੱਚ ਜੋ ਲਿਖਿਆ ਹੋਇਆ ਕਿ ਇਸਨੇ ਜੋ ਕੀਤਾ ਹੈ 1,17,000 ਕਿਲੋਮੀਟਰ ਟਰੈਵਲ ਕੀਤਾ ਹੈ ਆਪਣੀ ਲਾਈਫ ਦੇ ਵਿੱਚ। ਇਬਨ ਬਤੂਤਾ ਨੇ 1,17,000 ਕਿਲੋਮੀਟਰ ਟਰੈਵਲ ਕੀਤਾ ਹੈ। ਸੋ ਇਹ ਸੀ ਨੌਲੇਜ, ਇਹ ਸੀ ਜਾਣਕਾਰੀ ਇਹਨਾਂ ਦੇ ਬਾਰੇ। ਨੈਕਸਟ ਅਸੀਂ ਕਵਰ ਕਰਦੇ ਹਾਂ, ਸਾਡੇ ਕੋਲ ਕੁਐਸਚਨ ਨੰਬਰ 100 ਆ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਅੰਦੋਲਨ ਕੇਰਲਾ ਦੇ ਮੰਦਰਾਂ ਵਿੱਚ ਨਿਮਨ ਜਾਤ ਦੇ ਪ੍ਰਵੇਸ਼ ਕਰਨ ਦੀ ਪਾਬੰਦੀ ਅਤੇ ਛੂਤਛਾਤ ਦੇ ਵਿਰੁੱਧ ਉੱਠਿਆ ਸੀ? ਪੀ ਥਿਆਗਰਾਜਾ ਦਾ ਨਿਆਂ ਅੰਦੋਲਨ, ਈਵੀ ਰਾਮਾਸਵਾਮੀ ਨਾਇਕਰ ਦਾ ਸਵੈ ਸਤਕਾਰ ਅੰਦੋਲਨ, ਸ਼੍ਰੀ ਨਾਰਾਇਣ ਗੁਰੂ ਦਾ ਇਜ਼ਾਵਾ ਅੰਦੋਲਨ, ਬੀ.ਆਰ. ਅੰਬੇਦਕਰ ਦਾ ਮਹਿਰ ਅੰਦੋਲਨ। ਤਾਂ ਇਹਦੇ ਵਿੱਚ ਸਾਡੇ ਕੋਲ ਜੋ ਸਹੀ ਆਪਸ਼ਨ ਹੈ ਉਹ ਹੈਗੀ ਆ ਸ਼੍ਰੀ ਨਾਰਾਇਣ ਗੁਰੂ ਦਾ ਇਜ਼ਾਵਾ ਅੰਦੋਲਨ। ਨੈਕਸਟ ਕੁਐਸਚਨ ਆ ਸਾਡੇ ਕੋਲੇ ਕਿ ਭਾਰਤ ਦੇ ਰਾਸ਼ਟਰਪਤੀ ਦੀ ਚੋਣ ਦੇ ਵਿਵਾਦ ਦਾ ਮਸਲਾ ਕਿਸ ਕੋਲ ਭੇਜਿਆ ਜਾਂਦਾ ਹੈ? ਕਿ ਅਗਰ ਰਾਸ਼ਟਰਪਤੀ ਦੀ ਚੋਣ ਦਾ ਕੋਈ ਵਿਵਾਦ ਹੋ ਜਾਵੇ, ਅਗਰ ਰਾਸ਼ਟਰਪਤੀ ਦੀਆਂ ਜਿਸ ਟਾਈਮ ਇਲੈਕਸ਼ਨਸ ਹੋ ਰਹੇ ਨੇ, ਅਗਰ ਉਦੋਂ ਕੋਈ ਡਿਸਪਿਊਟ ਸਾਹਮਣੇ ਆ ਜਾਵੇ ਤਾਂ ਇਸ ਦਾ ਜੋ ਸੋਲੂਸ਼ਨ ਆ ਉਹ ਸਾਨੂੰ ਕਿੱਥੋਂ ਮਿਲੇਗਾ? ਤਾਂ ਇਸ ਦੇ ਸਾਡੇ ਕੋਲ ਜੋ ਸਹੀ ਆਪਸ਼ਨਸ ਨੇਗੀਆਂ ਉਹ ਹੈਗੀਆਂ ਨੇ ਚੋਣ ਕਮਿਸ਼ਨ, ਸੰਸਦ, ਸਰਵਉੱਚ ਅਦਾਲਤ ਜਾਂ ਫਿਰ ਕੇਂਦਰ ਮੰਤਰੀ ਮੰਡਲ। ਤੇ ਇਸ ਦੀ ਜੋ ਸਹੀ ਆਪਸ਼ਨ ਆ ਸਾਡੇ ਕੋਲ ਉਹ ਹੈਗੀ ਸਰਵਉੱਚ ਅਦਾਲਤ। ਅਸੀਂ ਸਰਵਉੱਚ ਅਦਾਲਤ ਦੇ ਵਿੱਚ ਭੇਜਾਂਗੇ। ਨੈਕਸਟ ਕੁਐਸਚਨ ਜੋ ਅਸੀਂ ਕਵਰ ਕਰਨਾ ਹੈ ਉਹ ਹੈ ਸਾਡੇ ਕੋਲੇ ਕਿ ਪਹਿਲਾ ਹੀ ਕੁਐਸਚਨ ਆ ਰਿਹਾ ਨੈਕਸਟ ਪੇਜ ਦੇ ਉੱਪਰ, ਸੰਵਿਧਾਨ ਦੇ ਕਿਹੜੇ ਅਧਿਕਾਰ ਨੂੰ ਡਾਕਟਰ ਬੀ.ਆਰ. ਅੰਬੇਦਕਰ ਨੇ ਸੰਵਿਧਾਨ ਦਾ ਦਿਲ ਤੇ ਰੂਹ ਮੰਨਿਆ ਹੈ? ਸਾਡੇ ਕੋਲੇ ਆਪਸ਼ਨਸ ਨੇਗੀਆਂ ਬੋਲਣ ਦੀ ਆਜ਼ਾਦੀ, ਸਮਾਨਤਾ ਦਾ ਅਧਿਕਾਰ, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ਜਾਂ ਫਿਰ ਸੱਭਿਆਚਾਰ ਤੇ ਸਿੱਖਿਆ ਦਾ ਅਧਿਕਾਰ।
ਬੋਲਣ ਦੀ ਆਜ਼ਾਦੀ ਮਤਲਬ ਕਿ ਫਰੀडम ऑफ स्पीच, राइट टू इक्वालिटी, राइट टू कॉन्स्टिट्यूशनल रेमेडीज या फिर कल्चरल एंड एजुकेशनल राइट। तो इसका जो सही आंसर है वो है कॉन्स्टिट्यूशनल रेमेडीज। ਉਹੀ ਵਾਲਾ ਕੁਐਸਚਨ ਹੈਗਾ ਜਿਹੜਾ ਆਪਾਂ ਨੇ ਪਹਿਲਾਂ ਗੱਲ ਕੀਤੀ ਸੀਗੀ ਆਰਟੀਕਲ 32। ਆਰਟੀਕਲ 32 ਕੌਨਸਟੀਟਿਊਸ਼ਨਲ ਰੈਮੇਡੀਜ਼ ਆ। ਇਸ ਨੂੰ ਅਸੀਂ ਦਿਲ ਅਤੇ ਦਿਮਾਗ ਕਹਿੰਦੇ ਆ ਡਾਕਟਰ ਬੀ ਆਰ ਅੰਬੇਦਕਰ ਦੇ ਅਕੋਰਡਿੰਗ। ਤੇ ਡਾਕਟਰ ਬੀ ਆਰ ਅੰਬੇਦਕਰ ਦੇ ਅਕੋਰਡਿੰਗ ਹੀ ਇਸ ਨੂੰ ਨੀਂਹ ਪੱਥਰ ਕਿਹਾ ਜਾਂਦਾ ਹੈ ਫੰਡਾਮੈਂਟਲ ਰਾਈਟਸ ਦਾ। ਸੋ ਤੁਸੀਂ ਅੰਦਾਜ਼ਾ ਲਗਾ ਲਓ, ਸਿੰਪਲ ਜੀ ਮੈਂ ਵਾਰ-ਵਾਰ ਇਹੀ ਗੱਲ ਕਹਿ ਰਿਹਾ ਕਿ ਤੁਸੀਂ ਅੰਦਾਜ਼ਾ ਲਗਾ ਲਓ ਕਿ ਫੰਡਾਮੈਂਟਲ ਰਾਈਟ ਸਾਡੇ ਵਾਸਤੇ ਕਿੰਨੇ ਕੁ ਇੰਪੋਰਟੈਂਟ ਨੇ। ਹਰ ਵਾਰ ਇਹਦੇ 'ਚੋਂ 3-4 ਕੁਐਸਚਨ ਬਣਦੇ ਹੀ ਬਣਦੇ ਨੇ। ਨੈਕਸਟ ਕੁਐਸਚਨ ਇਹ ਵੀ ਫੰਡਾਮੈਂਟਲ ਰਾਈਟਸ ਦੇ ਵਿੱਚੋਂ ਹੀ ਆਇਆ ਹੋਇਆ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਅਨੁਛੇਦ ਘੱਟ ਗਿਣਤੀਆਂ ਦੇ ਹਿੱਤਾਂ ਦੀ ਰੱਖਿਆ ਦਾ ਮਸਲਾ ਸਾਹਮਣੇ ਲਿਆਉਂਦਾ ਹੈ। इसका साडे कोले ऑप्शन हैगी आर्टिकल 29। नैक्सट साडे कोले क्वेश्चन आ रहा है क्वेश्चन नंबर 104 कि हेठ लिखियां विचों किहड़ा बिल सीधा ही राज सभा विच पेश नहीं किया जा सकता। तो इसका सही है जो आंसर है वो मनी बिल ही है। मनी बिल एक अजिहा बिल है जिन्होंने असीं डायरैक्ट राज्य सभा च नहीं, इनफैक्ट राज्य सभा जाता ही नहीं हैगा, इसनूं असीं सीधा सीधा लोक सभा दे विच ही लैके जाने या फिर पहला प्रायोरिटी के उपर असीं प्रेजेंट की जो परमिशन लैनी हुंदी है सीधा यह राज्य लोक सभा दे विच ही इंट्रोड्यूस हुंदा है। नैक्सट क्वेश्चन साडे कोले आ रहा कि हेठ लिखियां विचों खोर दा किहड़ा प्रकार चंबल घाटी का निर्माण करने लई जिम्मेवार है। खोर मतलब एरोजन, एरोजन मतलब मिट्टी का खुरना, मिट्टी का खुरना। चंबल घाटी दे विच जिहड़ी मिट्टी खुर रही है हेठ लिखियां विचों किहड़े रीजनस करके खुर रही है। सप्लैश करके, शीट करके, रिल करके या फिर गुली इरोजन करके। इसका जो सही आंसर है वो है गुली इरोजन। नैक्सट साडे कोले जो क्वेश्चन आ रहा है कि हेठ लिखियां विचों किहड़ा कथन दुरुस्त है। जवार भाटा जहाज रानी अते मच्छी फड़न लई बहुत मदद करता है। जवार वड्डे जहाज़ां नूं बंदरगाह विच सुरक्षित अंदर लंघाउण ते बाहर कड्ढण च मदद करता है। जवार भाटा बंदरगाह विच गार इकट्ठी होण तो रोक लगाउंदा है। कंडला अते डायमंड दोवें ही जवार भाटा नाल संबंधित बंदरगाहां हन। ये साडीआं चार दीआं चारे ऑप्शन बिल्कुल सही ने। नैक्सट क्वेश्चन हम साडे कोले ये आ रहा है कि जो कंडला पोर्ट आ ये कित्थे आ। कंडला पोर्ट साडे कोले हैगा गुजरात दे विच ते जो डायमंड पोर्ट आ ये हैगा साडे कोले वैस्ट बंगाल दे विच हुगली रिवर दे कंढे ते। तुसीं देखिया होगा कि पहलां काफ़ी निशानियां जिहियां लगियां होईयां ने है ना। तुसीं कहंदे होवोगे सर ने पहले ही सारा कुछ लिख के रखिया होया है। एक्चुअली गाइस गल ये हो गई सी कि मैं ना सारी दी सारी वीडियो रिकॉर्ड कर ली, बट मसला ये हो गया कि वीडियो रिकॉर्ड हो गई, आवाज़ सिर्फ पहले 2 मिनट की रिकॉर्ड हुई। सो मैं दोबारा तो रिकॉर्ड कर रहा है सारा कुछ इरेज करन तो बाद, इसलिए पहला ना लिखिया होया फिर मैनूं वो सारा इरेज रब करना पिया सीगा। खैर नैक्सट क्वेश्चन कि इन्हां विच्चों किहड़ा संविधान का अंग नहीं है। चोण कमीशन, वित्त कमीशन, अंतरराज परिषद या फिर योजना कमीशन। तो चोण कमीशन ओबीएस आके सानू कॉन्स्टिट्यूशन दी देन, वित्त कमीशन सानू कॉन्स्टिट्यूशन दी देन, इंटर स्टेट रिलेशन भी सानू कॉन्स्टिट्यूशन दी देन, बट योजना कमीशन सानू कॉन्स्टिट्यूशन दी देन नहीं हैगा। तो यह वाला अंग संविधान का नहीं हैगा। नैक्सट क्वेश्चन आ कि पब्लिक कारपोरेशन का निर्माण होया है पुलिस संबंधां दे कारजां दे लई, वित्त संबंधी कारजां लई, सिविल संबंधी कारजां लई या फिर नियमबद्ध संबंधी कारजां दे लई। तो इसका साडे कोले जो सही आंसर आ इकनॉमिक फंक्शनस दे लई, वित्त संबंधी कारजां दे लई। नैक्सट क्वेश्चन कि हेठ लिखियां विचों नीति दे राज दे नीति निर्देशक तत्तां दा किहड़ा अनुच्छेद अंतरराष्ट्रीय अमन अते सुरक्षा विधान दा नाल संबंधित है। डीपीएसपी। डीपीएसपी पहली चीज़ आ कि जिवें ही साडे कोले फंडामेंटल राइट्स खत्म हुंदे ने साडे कॉन्स्टिट्यूशन दे विच, फंडामेंटल राइट खत्म हुंदे ने आर्टिकल 35 ते 36 तो शुरू हो जाते हैं साडे कोले डीपीएसपी जो है कि जाते हैं 51 तक, 12 तो 35 तक साडे कोले आर्टिकल्स आ जाते हैं फंडामेंटल राइट दे, ते उस तो बाद साडे कोले डीपीएसपी शुरू हो जाते हैं डायरेक्टिव प्रिंसीपल ऑफ स्टेट पॉलिसी। सो इसका जो सही आंसर है वो है साडे कोले आर्टिकल 51। नैक्सट क्वेश्चन है साडे कोले लोकतंत्र 2 प्रकार का हुंदा है, प्रत्यक्ष अते अप्रत्यक्ष। एक डायरैक्ट हुंदा है, एक इनडायरैक्ट हुंदा है। डायरैक्ट लोकतंत्र उपकरण है किस चीज़ का? पहलकदमी का, वापस बुलाउण दा, लोकमत का, महादोष का। इसका जो सही आंसर है वो है रेफरेंडम। लोकमत, लोक राय, उसनूं सी रेफरेंडम, जिसनूं सी आपां पहलां ऑलरेडी डिस्कस कर चुके हैं कि रेफरेंडम की हुंदा है। नैक्सट क्वेश्चन असीं जो डिस्कस कर रहे हैं कि बस्तीवादी भारत के कबीलिਆਂ ਦਾ ਅੰਦੋਲਨ ਦੂਜੇ ਫਿਰਕਿਆਂ ਦੇ ਅੰਦੋਲਨ ਨਾਲੋਂ ਵੱਖਰਾ ਸੀ ਕਿਉਂਕਿ ਜੰਗਜੂ ਸਨ, ਉਹ ਨਿਰੰਤਰ ਸਨ, ਨਵੇਕਲੇ ਸਨ, ਬੇਤਰਤੀਬੇ ਸਨ। ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਬੇਤਰਤੀਬੇ ਸੀਗੇ, ਉਹਨਾਂ ਨੂੰ ਤਜਰਬਾ ਨਹੀਂ ਸੀਗਾ ਲੜਨ ਦਾ। 5 ਸਾਲਾ योजना ਨੂੰ ਅੰਤਿਮ ਪ੍ਰਵਾਨਗੀ ਕੌਣ ਦਿੰਦਾ ਹੈ? ਇਸ ਦਾ ਜੋ ਸਾਡੇ ਕੋਲੇ ਸਹੀ ਆਨਸਰ ਆ ਰਿਹਾ ਉਹ ਹੈ ਰਾਸ਼ਟਰੀ ਵਿਕਾਸ ਪ੍ਰੀਸ਼ਦ ਦਿੰਦਾ ਹੈ। ਨੈਕਸਟ ਕੁਐਸਚਨ ਹੈ ਸਾਡੇ ਕੋਲੇ ਕਿ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਹਟਾਉਣ ਲਈ ਮਤਾ ਪੇਸ਼ ਕੀਤਾ ਜਾਂਦਾ ਹੈ ਲੋਕ ਸਭਾ ਦੇ ਵਿੱਚ, ਸੰਸਦ ਦੇ ਕਿਸੇ ਵੀ ਸਦਨ ਦੇ ਵਿੱਚ, ਸੰਸਦ ਦੀ ਸਾਂਝੀ ਬੈਠਕ ਦੇ ਵਿੱਚ ਜਾਂ ਫਿਰ ਰਾਜ ਸਭਾ ਦੇ ਵਿੱਚ।
ਇੱਥੇ ਪਹਿਲੀ ਗੱਲ ਤਾਂ ਇਹ ਆ ਕਿ ਸਾਡੇ ਕੋਲੇ ਜੋ ਪਾਰਲੀਮੈਂਟ ਆ, ਪਾਰਲੀਮੈਂਟ ਫਰਦਰ 3 ਪਾਰਟਸ ਨੇ ਇਹਦੇ, ਜਾਂ 3 ਹਿੱਸੇ ਹੁੰਦੇ ਨੇ, 3 ਹਿੱਸੇ ਨੇ, ਕਿ ਪਹਿਲਾ ਹੈਗਾ ਲੋਕ ਸਭਾ, ਦੂਜਾ ਹੈਗਾ ਰਾਜ ਸਭਾ, ਤੀਸਰਾ ਸਾਡੇ ਕੋਲੇ ਜੋ ਹਿੱਸਾ ਹੈ ਉਹ ਹੈਗਾ ਸਾਡਾ ਪ੍ਰੈਜ਼ੀਡੈਂਟ, ਕਿਉਂਕਿ ਪਹਿਲਾਂ ਬਿੱਲ ਦੋਨੋਂ ਚੋਂ ਕਿਸੇ ਇੱਕ ਜਗ੍ਹਾ ਤੇ ਜਾਵੇਗਾ, ਫਿਰ ਦੂਸਰੀ ਜਗ੍ਹਾ ਤੇ ਪਾਸ ਹੋ ਕੇ ਜਾਵੇਗਾ, ਤੇ ਤੀਸਰਾ ਜੋ ਫਾਈਨਲ ਜੋ ਸਾਈਨ ਕਰਨੇ ਹੁੰਦੇ ਨੇ ਉਹ ਪ੍ਰੈਜ਼ੀਡੈਂਟ ਹੀ ਤਾਂ ਕਰਦਾ ਹੈ। ਸੋ ਪ੍ਰੈਜ਼ੀਡੈਂਟ ਵੀ ਪਾਰਲੀਮੈਂਟ ਦਾ ਹੀ ਹਿੱਸਾ ਹੈ, ਪਾਰਲੀਮੈਂਟ ਦਾ ਹੀ ਇੰਟੈਗਰਲ ਪਾਰਟ ਆ, ਜਿਸ ਨੂੰ ਅਸੀਂ ਅਕਸਰ ਸਕਿਪ ਕਰ ਦਿੰਦੇ ਹਾਂ। ਜੇ ਤੁਹਾਨੂੰ ਪੁੱਛਿਆ ਜਾਂਦਾ ਕਿ ਪਾਰਲੀਮੈਂਟ ਦੇ ਕਿੰਨੇ ਹਿੱਸੇ ਨੇ ਤਾਂ ਤੁਸੀਂ ਸਿਰਫ ਲੋਕ ਸਭਾ ਤੇ ਰਾਜ ਸਭਾ ਹੀ ਲਿਖ ਕੇ ਆਉਂਦੇ ਹੋ, ਜਦ ਕਿ ਨਹੀਂ, ਪਾਰਲੀਮੈਂਟ ਦੇ 3 ਹਿੱਸੇ ਨੇ, ਲੋਕ ਸਭਾ, ਰਾਜ ਸਭਾ ਤੇ ਇੰਟੈਗਰਲ ਪਾਰਟ ਆ ਜੋ ਉਹ ਪ੍ਰੈਜ਼ੀਡੈਂਟ ਆ। ਸੋ क्वेश्चन ਸਾਡੇ ਕੋਲੇ ਆ ਰਿਹਾ ਹੈ ਕਿ ਭਾਰਤ ਦੇ ਉਪ ਰਾਸ਼ਟਰਪਤੀ ਨੂੰ, ਵਾਈਸ ਪ੍ਰੈਜ਼ੀਡੈਂਟ ਨੂੰ ਅਗਰ ਹਟਾਉਣਾ ਹੋਵੇ ਤਾਂ ਕਿੱਥੇ ਹਟਾਇਆ ਜਾਊਗਾ? ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਉਹ ਰਾਜ ਸਭਾ ਦਾ ਹੈੱਡ ਹੁੰਦਾ ਹੈ, ਸੋ ਅਸੀਂ ਰਾਜ ਸਭਾ ਦੇ ਵਿੱਚ ਹੀ ਉਸ ਨੂੰ ਹਟਾ ਸਕਦੇ ਹਾਂ। ਨੈਕਸਟ ਕੁਐਸਚਨ ਸਾਡੇ ਕੋਲੇ ਜੋ ਆ ਰਿਹਾ ਹੈ 114 ਨੰਬਰ ਕੁਐਸਚਨ ਪੁੱਛ ਰਿਹਾ ਹੈ ਕਿ ਜੋ ਬਲਵੰਤ ਰਾਏ ਮਹਿਤਾ ਕਮੇਟੀ ਆ, ਇਹ ਪਹਿਲਾਂ ਹੀ ਆਲਰੇਡੀ ਟਿਕ ਲੱਗਿਆ ਕਿਉਂਕਿ ਮੈਂ ਪਹਿਲਾਂ ਰਿਕਾਰਡ ਕਰ ਚੁੱਕਿਆ, ਤੁਹਾਨੂੰ ਦੱਸਿਆ ਹੀ ਆ, ਸਮੁਦਾਇ ਵਿਕਾਸ ਪ੍ਰੋਗਰਾਮ ਨਾਲ ਸੰਬੰਧਿਤ ਆ ਜਿਹੜੀ ਬਲਵੰਤ ਰਾਏ ਕਮੇਟੀ ਬਣਾਈ ਗਈ ਸੀ। ਨੈਕਸਟ ਸਾਡੇ ਕੋਲੇ ਕੁਐਸਚਨ ਆ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਇੰਡੋ ਯੂਰਪੀਅਨ ਆਰੀਅਨ ਦੇ ਮੂਲ ਵਸਨੀਕਾਂ ਦੀ ਥਾਂ ਮੰਨੀ ਜਾਂਦੀ ਹੈ? ਭਾਰਤ, ਮੱਧ ਯੂਰਪ, ਦੱਖਣੀ ਰੂਸ ਅਤੇ ਮੱਧ ਏਸ਼ੀਆ, ਜਾਂ ਫਿਰ ਆਕਸਨ ਦੇ ਮੈਦਾਨ? ਤਾਂ ਇਸ ਦਾ ਸਹੀ ਆਨਸਰ ਹੈ ਦੱਖਣੀ ਰੂਸ ਅਤੇ ਮੱਧ ਏਸ਼ੀਆ। ਅੱਜ ਦੀ ਇਸ ਵੀਡੀਓ ਦੇ ਵਿੱਚ, ਇਸ ਪਾਰਟ ਦੇ ਵਿੱਚ ਗਾਈਜ਼ ਇੰਨਾ ਹੀ। ਪਾਰਟ 1 ਦੇ ਵਿੱਚ ਸਾਡੇ ਕੋਲ ਇੰਨੇ 115 ਤੱਕ ਕੁਐਸਚਨ ਅਸੀਂ ਕਵਰ ਕੀਤੇ ਨੇ, ਇੰਨੇ ਬਹੁਤ ਨੇ। ਨੈਕਸਟ ਕੁਐਸਚਨ ਜੋ ਅਸੀਂ ਕਵਰ ਕਰਾਂਗੇ ਸਾਡੀ ਨੈਕਸਟ ਵੀਡੀਓ ਪਾਰਟ 2 ਦੇ ਵਿੱਚ ਕਵਰ ਕਰਾਂਗੇ, ਉਹ ਵੀ ਨਾਲ ਹੀ ਤੁਹਾਡੇ ਅਪਲੋਡ ਹੋਊਗੀ, ਤੁਹਾਨੂੰ ਇੱਥੇ ਮਿਲ ਰਹੀ ਹੋਊਗੀ, ਨਾਲ ਦੀ ਨਾਲ ਹੀ ਉਹ ਵੀ ਤੁਸੀਂ ਦੇਖ ਸਕਦੇ ਹੋ। ਹਾਂ, ਮਰਜ਼ੀ ਤੁਹਾਡੀ ਹੈ ਕਿ ਤੁਸੀਂ ਆਪਣੇ ਟਾਈਮ ਦੇ ਅਕੋਰਡਿੰਗ ਕਦੋਂ ਉਸ ਨੂੰ ਟਾਈਮ ਦੇਣਾ। ਅਗਰ ਤੁਸੀਂ ਹੁਣੇ ਦੇਖ ਸਕਦੇ ਹੋ ਤਾਂ ਮੋਸਟ ਵੈਲਕਮ ਆ, ਤੁਸੀਂ ਹੁਣੇ ਦੇਖ ਲਵੋ, ਅਦਰਵਾਈਜ਼ ਤੁਸੀਂ ਬਾਅਦ ਦੇ ਵਿੱਚ ਵੀ ਦੇਖ ਸਕਦੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਅਗਰ ਕੋਈ ਤੁਹਾਨੂੰ ਕੁਐਸਚਨ ਰਾਈਜ਼ ਹੋ ਰਿਹਾ ਤਾਂ ਤੁਸੀਂ ਸਾਨੂੰ ਪੁੱਛ ਸਕਦੇ ਹੋ, ਤੁਸੀਂ ਸਾਨੂੰ WhatsApp ਤੇ ਪੁੱਛ ਸਕਦੇ ਹੋ, ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ, ਠੀਕ ਹੈ? ਥੈਂਕ ਯੂ।